ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਸਵੀਰ ਨਸੇਰੀਆਵਾਲੀਆ ਤੇ ਤੁਸੀਂ ਦੇਖ ਰਹੇ ਹੋ ਸਟਾਰ ਪੰਜਾਬੀ ਟੀਵੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕੋਈ ਪ੍ਰੋਗਰਾਮ ਖਾਸ ਮੁਲਾਕਾਤ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਣੇ ਆ, ਜਿਨ੍ਹਾਂ ਵਿੱਚ ਵੱਖ-ਵੱਖ ਗਾਇਕ, ਗੀਤਕਾਰ ਔਰ ਸਾਹਿਤਕਾਰ ਅਸੀਂ ਤੁਹਾਡੇ ਸਾਹਮਣੇ ਲਿਆਉਣੇ ਆ। ਤੇ ਅੱਜ ਅਸੀਂ ਇੱਕ ਪੰਜਾਬੀ ਇੰਡਸਟਰੀ ਵਿੱਚ ਪੂਰਾ ਬੋਲਬਾਲਾ ਰੱਖਣ ਵਾਲੇ ਗਾਇਕ ਨੂੰ ਮਿਲਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਕਿ ਤੁਸੀਂ ਬਹੁਤ ਹੀ ਪਿਆਰ ਦਿੱਤਾ। ਤੇ ਆਪਾਂ ਬਹੁਤਾ ਟਾਈਮ ਨਹੀਂ ਲਾਉਂਦੇ ਮਿਲਾਉਣੇ ਤੁਹਾਨੂੰ। ਮੇਰਾ ਕਹਿਣ ਦਾ ਮਤਲਬ GS ਪੀਟਰ, ਜਿਨ੍ਹਾਂ ਨੂੰ ਲੋਕ ਬਹੁਤ ਪਿਆਰ ਕਰਦੇ ਨੇ। ਆਪਾਂ ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ। GS ਪੀਟਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਆਪਣੇ ਸਟਾਰ ਪੰਜਾਬੀ ਦੀ। ਬਹੁਤ ਬਹੁਤ ਸ਼ੁਕਰੀਆ ਜਸਵੀਰ ਜੀ, ਔਰ ਸਟਾਰ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। GS ਪੀਟਰ ਜੀ, ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਤੁਸੀਂ ਆਪਣੀ ਫੈਮਿਲੀ ਬਾਰੇ ਤੇ ਆਪਣੇ ਬਾਰੇ ਦੱਸੋ ਜੀ। ਹਾਂਜੀ, ਮੇਰਾ ਪਿੰਡ ਕ੍ਰਿਸ਼ਨਪੁਰਾ, ਇੱਥੇ ਮੈਂ ਰਹਿੰਦਾ ਆਪਣੇ ਪਰਿਵਾਰ ਸਮੇਤ। ਵਾਈਫ ਆ, ਬੇਟੀ ਆ, ਔਰ ਬਾਕੀ ਬ੍ਰਦਰ ਸਿਸਟਰ ਉਹ ਵੀ ਸਾਰੇ ਨਾਲ ਹੀ ਰਹਿੰਦੇ ਨੇ, ਅਤੇ ਅਸੀਂ ਜੁਆਇੰਟ ਫੈਮਿਲੀ ਆ, ਪੂਰੇ ਇਕੱਠੇ ਰਹਿੰਦੇ ਇਸ ਪਿੰਡ ਵਿੱਚ। GS ਪੀਟਰ ਜੀ, ਆਪਾਂ ਗੱਲ ਕਰੀਏ ਤੁਹਾਡੇ ਸ਼ੁਰੂ ਇਸ ਲਾਈਨ ਵਿੱਚ ਇੰਡਸਟਰੀ ਵਿੱਚ ਆਉਣ ਦੀ ਸ਼ੁਰੂਆਤ ਕਦੋਂ ਹੋਈ ਤੇ ਪਹਿਲਾ ਗੀਤ ਤੁਹਾਡਾ ਕਿਹੜਾ ਸੀ ਉਦੋਂ? ਸ਼ੁਰੂਆਤ ਇਸ ਤਰ੍ਹਾਂ ਜੀ, ਮੈਂ ਇਹ ਕੋਈ 1999 ਦੀ ਗੱਲ ਹੈ। ਉਦੋਂ ਮੈਂ ਗੌਰਮੈਂਟ ਕਾਲਜ ਲੁਧਿਆਣੇ ਪੜ੍ਹਦਾ ਸੀ, ਅਤੇ ਉੱਥੇ ਮਤਲਬ ਮੇਰਾ ਕੰਪਨੀ ਵਾਲਿਆਂ ਨਾਲ ਮਿਲਾਪ ਹੋਇਆ ਜੀ। ਉਹਨਾਂ ਨੂੰ ਮੇਰੀ ਆਵਾਜ਼ ਅੱਛੀ ਲੱਗੀ ਜੀ, ਅਤੇ ਮੇਰੀ ਪਹਿਲੀ ਟੇਪ ਉਹਨਾਂ ਨੇ ਰਿਕਾਰਡ ਕੀਤੀ, ਕਰਮਾ ਮਾਰਿਆ ਆਸ਼ਕ। ਕਰਮਾ ਮਾਰਿਆ ਆਸ਼ਕ, ਹਾਂ। ਔਰ ਉਹ ਟੇਪ ਉਹਨਾਂ ਨੇ ਰਿਲੀਜ਼ ਕੀਤੀ ਸੀ ਸਤੰਬਰ 2001 ਜੀ। ਅਤੇ ਉਸ ਤੋਂ ਬਾਅਦ ਫਿਰ ਅਗਲੀ ਟੇਪ ਨਾਲ ਹੀ ਮਾਰਚ 2002 'ਚ ਗੂੜੀਆਂ ਪ੍ਰੀਤਾਂ ਜੀ, ਫਿਰ ਪ੍ਰੇਮ ਕਹਾਣੀ, ਫਿਰ ਯਾਦਾਂ, ਫਿਰ ਜਾਨ ਤੋਂ ਪਿਆਰਾ ਜੀ। ਸੋ ਫਿਰ ਇਹ ਸਿਲਸਿਲਾ ਚੱਲਦਾ ਰਿਹਾ। ਅਤੇ ਗੂੜੀਆਂ ਪ੍ਰੀਤਾਂ ਜਦੋਂ ਟੇਪ ਆਈ, ਉਦੋਂ ਉਸ ਟੇਪ ਦੇ ਕਾਫੀ ਗਾਣੇ ਜਿਹੜੇ ਸੀਗੇ ਹਿੱਟ ਹੋਏ ਜੀ। ਅਤੇ ਉਹਨਾਂ ਨਾਲ ਬਕਾਇਦਾ ਜਿਹੜਾ ਮੇਰਾ ਇੱਕ GS ਪੀਟਰ ਨੂੰ ਲੋਕ ਜਾਣਨ ਲੱਗੇ, ਉਹਦੀ ਇੱਕ ਲੋਕਾਂ 'ਚ ਪਛਾਣ ਬਣੀ। ਅਤੇ ਫਿਰ ਮੈਂ ਸਟੱਡੀ ਵਾਲੇ ਪਾਸਿਓਂ ਹਟ ਕੇ ਪੂਰਾ ਸਮਰਪਿਤ ਹੋ ਗਿਆ ਇਸ ਕੰਮ ਨੂੰ, ਅਤੇ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਮੇਲੇ ਪ੍ਰੋਗਰਾਮ ਸਾਰਾ ਕਰਦੇ ਰਹੇ ਅਸੀਂ। ਅਤੇ ਉਹ ਇੱਕ ਲੰਬਾ ਦੌਰ ਸੀਗਾ, 6-7 ਸਾਲ ਦਾ, ਜਿਹੜਾ ਹੰਢਾਇਆ ਜੀ। ਅਤੇ ਬਦਸਤੂਰ ਹੁਣ ਜਾਰੀ ਹੈ ਹਜੇ ਉਹ ਸਫ਼ਰ। ਅਤੇ ਪੀਟਰ ਜੀ, ਗੱਲ ਆਪਾਂ ਕਰੀਏ ਜੇ ਅੱਜ ਦੇ ਗਾਇਕਾਂ ਦੀ ਗੱਲ ਕਰੀਏ, ਤਾਂ ਮੈਨੂੰ ਨਹੀਂ ਲੱਗਦਾ ਕੋਈ ਆਪਦਾ ਉਸਤਾਦ ਧਾਰਦਾ ਹੋਵੇ। ਤੁਸੀਂ ਉਦੋਂ ਕੋਈ ਆਪਦਾ ਉਸਤਾਦ ਧਾਰਿਆ ਜਾਂ ਉਸਤਾਦ ਤੋਂ ਬਿਨਾਂ ਹੀ? ਨਹੀਂ, ਮੈਂ ਜਦੋਂ ਫਾਈਨ ਟੋਨ ਗਿਆ ਉੱਥੇ ਕੰਪਨੀ, ਅਤੇ ਉੱਥੇ ਦਲਜੀਤ ਕੌਰ ਕੋਟੀ ਸਾਹਿਬ ਹੁੰਦੇ ਸੀਗੇ ਜੀ। ਅਤੇ ਜਿੰਨਾ ਟਾਈਮ ਮੈਂ ਉੱਥੇ ਰਿਹਾ, ਮੈਂ ਉਹਨਾਂ ਕੋਲੋਂ ਸਿੱਖਿਆ। ਅਤੇ ਉਹ ਜਿਹੜਾ ਉਹਨਾਂ ਦੇ ਦੱਸਣ ਦਾ ਜੋ ਗਾਣੇ ਦੀ ਸਮਝ, ਜੋ ਸੰਗੀਤ ਦੀ ਥੋੜ੍ਹੀ ਬਹੁਤ ਸਮਝ ਹੈ ਜੀ, ਉਹਦਾ ਅਸਰ ਹੈ ਮੇਰੇ 'ਤੇ ਬਹੁਤ ਜ਼ਿਆਦਾ। ਅਤੇ ਮੈਂ ਉਹਨਾਂ ਨੂੰ ਉਸਤਾਦ ਹੀ ਮੰਨਦਾ ਆਪਣੇ, ਕਿਉਂਕਿ ਜਿਹਨੇ ਦੱਸਿਆ ਹੋਵੇ ਉਹ ਉਸਤਾਦ ਹੀ ਹੁੰਦਾ ਜੀ। ਅਤੇ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਆ, ਮਾਇੰਡ 'ਚ ਰਹਿੰਦੇ ਨੇ ਹਮੇਸ਼ਾ ਉਹ। ਅਤੇ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ, ਇਸ ਦੁਨੀਆ ਵਿੱਚ ਨਹੀਂ ਰਹੇ ਹੁਣ ਜੀ। ਅਤੇ ਜੇ ਆਪਾਂ ਤੁਹਾਡੇ ਪਹਿਲੇ ਗੀਤ ਦੀ ਕਰੀਏ, ਪਹਿਲਾ ਗੀਤ ਤੁਹਾਡਾ ਕਰਮਾ ਮਾਰਿਆ ਆਸ਼ਕ, ਤੇ ਪਹਿਲਾ ਗੀਤ ਤੁਹਾਡਾ ਹਿੱਟ ਹੋ ਗਿਆ ਜੀ, ਜਿਹਨੇ GS ਪੀਟਰ ਨੂੰ ਪੂਰੀ ਦੁਨੀਆ ਦੇ ਵਿੱਚ ਪਹੁੰਚਾਤਾ ਜੀ। ਅਤੇ ਉਹ ਜਿਹੜਾ ਤੁਹਾਡਾ ਗਾਣਾ, ਇਹ ਚੋਣ ਕਿਹਨੇ ਕੀਤੀ ਵੀ ਮਤਲਬ ਇਸ ਗਾਣੇ ਦੀ? ਇਸ ਗਾਣੇ ਦੀ ਚੋਣ ਇਸ ਤਰ੍ਹਾਂ ਸੀ ਕਿ ਜਦੋਂ ਅਸੀਂ ਜੇ ਕੰਪਨੀ 'ਚ ਕੰਮ ਕਰਦੇ ਸੀ ਤਾਂ ਸਾਰੀ ਟੀਮ ਹੁੰਦੀ ਸੀ ਜੀ। ਜਿੱਦਾਂ ਇਹ ਗਾਣਾ ਬਲਵੀਰ ਬੋਪਾ ਰਾਏ ਨੇ ਲਿਖਿਆ, ਅਤੇ ਉਦੋਂ ਮਿਲ ਬੈਠ ਕੇ ਨਾਲ ਧੂਰ ਕੋਟੀ ਸਾਹਿਬ ਹੁੰਦੇ ਸੀਗੇ ਜੀ, ਕੰਪਨੀ ਦੇ ਮਾਲਕ ਹੁੰਦੇ ਸੀ। ਤਾਂ ਦੇਖ ਲਿਆ ਜਾਂਦਾ ਸੀ ਵੀ ਕਿਹੜਾ ਗਾਣਾ ਜਿਹੜਾ ਹੈ ਸਿੰਗਰ ਦੀ ਆਵਾਜ਼ ਨੂੰ ਅਪੀਲ ਕਰਦਾ ਜੀ, ਕਿਹੜਾ ਗਾਣਾ ਜਿਹੜਾ ਹੈ ਉਹਦੀ ਆਵਾਜ਼ ਵਿੱਚ ਜ਼ਿਆਦਾ ਜੱਚਦਾ, ਕਿਹੜੇ ਸਕੇਲ ਤੋਂ ਜੱਚਦਾ, ਕਿਹੜੀ ਕੰਪੋਜੀਸ਼ਨ ਨੂੰ ਸੂਟ ਕਰਦੀ ਹੈ। ਅਤੇ ਉਹ ਸਾਰੀਆਂ ਗੱਲਾਂ ਮਤਲਬ ਮੱਦੇਨਜ਼ਰ ਰੱਖ ਕੇ ਫਿਰ ਉਹ ਗਾਣਾ ਰਿਕਾਰਡ ਕੀਤਾ ਜਾਂਦਾ ਸੀ। ਅਤੇ ਉਦੋਂ ਬਾਅਦ ਉਹਦੀ ਇੱਕ ਲੰਬੀ ਚੌੜੀ ਰਿਹਰਸਲ ਹੁੰਦੀ ਸੀ, ਫਿਰ ਉਹਦੀ ਰਿਕਾਰਡਿੰਗ ਹੁੰਦੀ ਸੀ। ਅਤੇ ਉਦੋਂ ਪਹਿਲਾ ਗਾਣਾ ਇਹ ਕਰਮ ਮਾਰਿਆ। ਔਰ ਇਸ ਗਾਣੇ ਦੀ ਖੂਬਸੂਰਤੀ ਇਹ ਆ ਕਿ ਇਹ ਗਾਣਾ 20 ਸਾਲ ਪੁਰਾਣਾ ਜੀ, ਅਤੇ 20 ਸਾਲ ਬਾਅਦ ਅੱਜ ਵੀ ਇਹ ਗਾਣਾ ਲੋਕਾਂ ਨੂੰ ਯਾਦ ਆ। ਸਿਰਫ ਯਾਦ ਨਹੀਂ, ਲੋਕ ਇਸ ਗਾਣੇ ਨੂੰ ਸੁਣਦੇ ਨੇ। ਅਤੇ ਜੇ ਤੁਸੀਂ ਇਹਦੇ ਕਿਤੇ YouTube ਸਰਚ, ਜਦੋਂ ਇਹਦੇ ਵਿੱਚ ਮਿਲੀਅਨ ਦੇ ਵਿੱਚ ਤੁਹਾਨੂੰ ਵਿਊ ਮਿਲਣਗੇ ਜੀ। ਅਤੇ ਉਹ ਕਰਮਾ ਮਾਰਿਆ ਆਸ਼ਕ ਨੂੰ ਫਿਰ ਅੱਜ ਆਪਾਂ ਦੁਬਾਰਾ ਯਾਦ ਕਰੀਏ, ਲੋਕਾਂ ਨੂੰ ਦੋ ਬੋਲ ਸੁਣਾਓ ਤੁਸੀਂ ਆਪਣੀ ਆਵਾਜ਼ 'ਚ। ਜ਼ਰੂਰ। ਹੱਟੀਆਂ ਪੱਠੀਆਂ ਸੱਤ ਦਰਵਾਜ਼ੇ, ਗਲੀਆਂ ਅਤੇ ਚੁਬਾਰੇ ਨੀ, ਤੇਰੇ ਜਾਣ ਪਿੱਛੋਂ ਤਾਂ ਅੜੀਏ ਸੁੰਨੇ ਹੋ ਗਏ ਸਾਰੇ ਨੀ।
ਪਰ ਕਦੇ ਕਦੇ ਤਾਂ ਇੰਜ ਲੱਗਦਾ ਜਿਵੇਂ ਕੋਠੇ ਵਾਲ ਸੁਕਾਉਂਦੀ ਏ ਤੇਰੇ ਕਰਮਾਂ ਮਾਰੇ ਆਸ਼ਿਕ ਨੂੰ ਤੂੰ ਅਜ ਵੀ ਚੇਤੇ ਆਉਂਦੀ ਏ ਤੇਰੇ ਕਰਮਾਂ ਮਾਰੇ ਆਸ਼ਿਕ ਨੂੰ ਤੂੰ ਅਜ ਵੀ ਚੇਤੇ ਆਉਂਦੀ ਏ। ਬਹੁਤ ਸੋਹਣਾ ਜੀ, ਵਾਹ, ਸ਼ੁਕਰੀਆ ਜੀ, ਥੈਂਕ ਬਹੁਤ ਯੂ। ਵਧੀਆ ਜੀ। ਤੇ ਇੱਕ ਤੁਹਾਡਾ ਹੋਰ ਪਿੱਟੂ ਜੀ ਗਾਣਾ ਇੱਕ ਬਹੁਤ ਹਿੱਟ ਹੋਇਆ ਸੀ, ਜਾਨ ਤੇਰੀ ਦੀ ਜਾਨ ਦੁੱਖਾਂ ਵਿੱਚ ਹਾਂਜੀ, ਪੈ ਗਈ ਵੇ ਸੱਜਣਾ। ਉਹ ਦੂਜੀ ਕੈਸਟ ਸੀ। ਇਸ ਤੋਂ ਬਾਅਦ ਉਹਦਾ ਟਾਈਟਲ ਸੀ ਗੁੜੀਆਂ ਪ੍ਰੀਤਮ, ਤੇ ਉਹਦੇ ਗਾਣੇ ਵੀ ਬਹੁਤ ਹਿੱਟ ਹੋਏ ਸੀਗੇ। ਉਹਦੇ ਗਾਣਾ ਸੀ ਕਿ ਜਾਨ ਤੇਰੀ ਜਾਨ ਦੁੱਖਾਂ ਵਿੱਚ ਪੈ ਗਈ। ਜੇ ਆਪਾਂ ਗੱਲ ਕਰੀਏ, ਮੈਂ ਜਿੰਨੇ ਬਹੁਤੇ ਤੁਹਾਡੇ ਗੀਤ ਬਹੁਤ ਹਿੱਟ ਹੋਏ ਆ, ਬਹੁਤੇ ਦਰਦ ਭਰੇ ਗੀਤ ਆ, ਕੋਈ ਇਹਦੇ ਵਿੱਚ ਮਗਰ ਕੋਈ ਕਹਾਣੀ ਸਟੋਰੀ ਕੋਈ ਹੋਰ ਤਾਂ ਨਹੀਂ ਹੈਗੀ? ਨਹੀਂ, ਕਹਾਣੀ ਤਾਂ ਨਹੀਂ ਹੁੰਦੀ। ਬੇਸਿਕਲੀ ਜਿੱਦਾਂ ਕਿ ਉਹ ਲਾਈਨ ਹੈ ਕਿ ਸਾਡੇ ਪੋਤੜਿਆਂ ਵਿੱਚ ਬਿਰਹਾ ਰੱਖਿਆ ਸਾਡੀਆਂ ਮਾਵਾਂ ਹਨ, ਔਰ ਬੰਦੇ ਦੀ ਨੇਚਰ ਹੁੰਦੀ ਹੈ, ਉਹਦਾ ਇੱਕ ਸੁਭਾਅ ਹੁੰਦਾ ਆਪਣਾ, ਜਿਹੜੀ ਮਿੱਟੀ ਉਹਨੂੰ ਲੱਗੀ ਹੁੰਦੀ ਹੈ, ਜਿਸ ਮਿੱਟੀ ਤੋਂ ਪੈਦਾ ਹੋਇਆ ਹੁੰਦਾ। ਕਿਤੇ ਨਾ ਕਿਤੇ ਉਦਾਸੀਨਤਾ ਕਹਿ ਲਓ ਜਾਂ ਫਕੀਰੀ ਮੇਰੇ ਸੁਭਾਅ ਦੇ ਵਿੱਚ ਹੈਗੀ ਸੀਗੀ। ਫਿਰ ਜਿਹੜੀ ਮੇਰੀ ਆਵਾਜ਼ ਸੀਗੀ ਉਹ ਉਦਾਸ ਗਾਣਿਆਂ ਨੂੰ ਵੱਧ ਸੂਟ ਕਰਦੀ ਸੀ ਜੀ। ਗਾਣੇ ਤਾਂ ਮੈਂ ਬੀਟ ਵੀ ਬਹੁਤ ਗਾਏ ਨੇ, ਪ੍ਰੋਗਰਾਮ ਤੇ ਉਦੋਂ ਕਰਦੇ ਆ ਬੀਟ ਗਾਣੇ ਗਾਉਂਦੇ ਆ, ਸਾਰੇ ਸਟੇਜ ਸ਼ੋ ਕਰਦੇ ਆ, ਪਰ ਉਹ ਲੋਕਾਂ ਨੂੰ ਮੇਰੇ ਸੈਡ ਗਾਣੇ ਜਿਹੜੇ ਸੀ ਅੱਛੇ ਲੱਗਦੇ ਸੀ। ਉਹ ਮੇਰੀ ਆਵਾਜ਼ ਜਿਹੜੀ ਮੇਰੀ ਟੋਨ ਸੀ ਗਲੇ ਦੀ, ਤੇ ਜਾਂ ਜਿਹੜਾ ਮੇਰਾ ਫੀਲ ਨਾਲ ਗਾਉਣ ਦਾ ਉਹਨੂੰ ਤਰੀਕਾ ਸੀਗਾ, ਉਹ ਲੋਕਾਂ ਨੂੰ ਵਧੀਆ ਲੱਗਦਾ। ਇਸ ਕਰਕੇ ਅੱਜ ਵੀ ਉਹ ਗਾਣੇ ਜ਼ਿਆਦਾ ਲੋਕ ਪਸੰਦ ਕਰਦੇ। ਕਈ ਵਾਰ ਹੁੰਦਾ ਨਾ ਸਿੰਗਰਾਂ ਦੇ, ਬਹੁਤੇ ਲੋਕਾਂ ਨੂੰ ਇਹ ਹੁੰਦਾ ਵੀ ਸਿੰਗਰ ਜਿਹੜੇ ਗੀਤ ਗਾ ਰਹੇ ਉਹਨਾਂ ਦਾ ਮਗਰ ਸ਼ਾਇਦ ਕੋਈ ਦਰਦ ਭਰੀ ਉਹੋ ਜਿਹੀ ਕਹਾਣੀ ਨਾ ਹੋਵੇ। ਲੋਕਾਂ ਦੀ ਸੋਚ ਆਪੋ ਆਪਣੀ ਹੋ ਜਾਂਦੀ ਨਾ। ਮੈਂ ਤਾਂ ਪੁੱਛਿਆ ਸਵਾਲ, ਕੋਈ ਉਹੋ ਜਿਹੀ ਦਰਦ ਭਰੀ ਕਹਾਣੀ ਨਹੀਂ, ਦਰਦ ਭਰੀ ਕਹਾਣੀ ਕੋਈ ਪਿਆਰ ਭਰੀ ਕਹਾਣੀ ਕਹਿ ਸਕਦੇ ਹਾਂ। ਦਰਦ ਭਰੀ ਕਹਾਣੀ ਕੋਈ ਨਹੀਂ। ਉਹਦੇ ਵਿੱਚ ਇੱਦਾਂ ਵੀ ਖੁਸ਼ੀ ਔਰ ਦਰਦ ਜੀਵਨ ਦਾ ਹਿੱਸਾ, ਬਿਲਕੁਲ ਜੀ, ਔਰ ਉਹ ਹਮੇਸ਼ਾ ਚੱਲਦੇ ਰਹਿੰਦੇ ਆ। ਜੇ ਮੈਂ ਕਹਾਂ ਕਿ ਅੱਜ ਦਰਦ ਖਤਮ ਹੋ ਗਏ, ਦਰਦ ਅੱਜ ਵੀ ਹੈਗੇ ਨੇ, ਪਰ ਨਾਲ ਨਾਲ ਕੁਝ ਖੁਸ਼ੀਆਂ ਵੀ ਹੈਗੀਆਂ ਨੇ। ਸੋ ਕੋਈ ਇੱਕ ਇਹ ਨਹੀਂ ਵੀ ਕੋਈ ਚੀਜ਼ ਪੱਕੀ ਬੈਠ ਗਈ ਆ ਵੀ ਉਹ ਦਰਦ ਆ ਤਾਂ ਫਿਰ ਦਰਦ ਹੀ ਤੁਰਿਆ ਆ ਰਿਹਾ। ਹਾਂ, ਪਰ ਇੰਨਾ ਜ਼ਰੂਰ ਹੋ ਸਕਦਾ ਵੀ ਮੈਨੂੰ ਵੀ ਹੋ ਸਕਦਾ ਕਿਤੇ ਨਾ ਕਿਤੇ ਦਰਦ ਨਾਲ ਪਿਆਰ ਹੋਵੇ, ਦਰਦ ਨਾਲ ਮੁਹੱਬਤ ਹੋਵੇ। ਸੋ ਚੀਜ਼ ਜ਼ਿਆਦਾ ਫਿਰ ਉੱਭਰ ਕੇ ਸਾਹਮਣੇ ਆ ਜਾਏ ਜੀ। ਜਾਨ ਤੇਰੀ ਦੀ ਜਾਨ ਦੁੱਖਾਂ ਵਿੱਚ ਪੈ ਗਈ, ਇਹ ਕਿਹਨਾਂ ਦਾ ਲਿਖਿਆ ਸੀ? ਇਹ ਬਲਵੀਰ ਬੋਪਰਾ ਦਾ ਗਾਣਾ ਸੀ। ਇਹ ਵੀ ਬਲਵੀਰ ਬੋਪਰਾ ਦਾ ਲਿਖਿਆ? ਹਾਂਜੀ ਹਾਂਜੀ। ਤੇ ਸੁਣਾਓ ਦੋ ਅੰਤਰੇ ਉਹਨਾਂ ਦਾ ਵੀ ਜੀ। ਸਾਡੇ ਪਿਆਰ ਤੋਂ ਉੱਠ ਗਏ ਪਰਦੇ, ਮੈਨੂੰ ਆਉਣ ਨਹੀਂ ਦਿੰਦੇ ਕਰਦੇ, ਰੀਝ ਮਿਲਣ ਦੀ ਦਿਲ ਦੇ ਵਿੱਚ ਹੀ ਰਹਿ ਗਈ ਵੇ ਸੱਜਣਾ, ਜਾਨ ਤੇਰੀ ਦੀ ਜਾਨ ਦੁੱਖਾਂ ਵਿੱਚ ਪੈ ਗਈ ਵੇ ਸੱਜਣਾ, ਹੋ ਜਾਨ ਤੇਰੀ ਦੀ ਜਾਨ ਦੁੱਖਾਂ ਵਿੱਚ ਪੈ ਗਈ ਵੇ ਸੱਜਣਾ, ਪਹਿਲਾਂ ਤੂੰ ਮੇਰਾ ਸੱਜਣ ਮੱਲੋ ਜ਼ੋਰੀ ਬਣ ਗਿਆ ਸੀ, ਹੌਲੀ ਹੌਲੀ ਫਿਰ ਮੇਰੀ ਕਮਜ਼ੋਰੀ ਬਣ ਗਿਆ ਸੀ, ਹਾਏ ਵੇ ਕਮਜ਼ੋਰੀ ਬਣ ਗਿਆ ਸੀ, ਦਿਲ ਦੇ ਕੇ ਮੈਂ ਚੈਨ ਗਵਾ ਕੇ, ਦਿਲ ਦੇ ਕੇ ਮੈਂ ਚੈਨ ਗਵਾ ਕੇ ਬਹਿ ਗਈ ਵੇ ਸੱਜਣਾ, ਜਾਨ ਤੇਰੀ ਦੀ ਜਾਨ ਦੁੱਖਾਂ ਵਿੱਚ ਪੈ ਗਈ ਵੇ ਸੱਜਣਾ, ਹੋ ਜਾਨ ਤੇਰੀ ਦੀ ਜਾਨ ਦੁੱਖਾਂ ਵਿੱਚ ਪੈ ਗਈ ਵੇ ਸੱਜਣਾ। ਬਹੁਤ ਵਧੀਆ ਜੀ, ਬਹੁਤ ਵਧੀਆ ਆਵਾਜ਼ ਤੁਹਾਡੀ। ਸ਼ੁਕਰੀਆ। ਜਿਸ ਪੀਟਰ ਜੀ ਗੱਲ ਆਪਾਂ ਕਰੀਏ ਤੇ ਜਿੰਨੇ ਤੁਸੀਂ ਵਧੀਆ ਗੀਤ ਦਿੱਤੇ ਆ, ਖਾਸ ਕਰ ਨੌਜਵਾਨ ਜਿਹੜੀ ਪੀੜ੍ਹੀ ਆ, ਮੁੰਡੇ ਕੁੜੀਆਂ ਨੇ ਬਹੁਤ ਪਸੰਦ ਕੀਤੇ ਆ, ਤੇ ਪਰ ਤੁਸੀਂ ਕੁਝ ਸਮੇਂ ਤੋਂ ਗਾਇਬ ਕਿਉਂ, ਤੁਹਾਡਾ ਪੰਜਾਬੀ ਇੰਡਸਟਰੀ ਤੁਸੀਂ ਦੂਰ ਕਿਉਂ ਰਹੇ ਜੀ? ਹਾਂਜੀ, ਉਹਦਾ ਦੂਰ ਹੋਣ ਦੀ ਵਜ੍ਹਾ, ਉਹ ਜਿਹੜੀ ਵਜ੍ਹਾ ਸੀਗੀ ਉਹ ਕੁਛ ਉਹਦੇ ਕਹਿ ਲਓ ਵੀ ਕੁਛ ਤਾਂ ਪ੍ਰੋਫੈਸ਼ਨਲ ਕਾਰਨ ਸੀ ਉਹਦੇ, ਹੈ ਨਾ। ਜੇ ਮੈਂ ਆਪਦੇ ਟ੍ਰੇਡ ਦੀ ਗੱਲ ਕਰਾਂ, ਬੇਸਿਕਲੀ ਟ੍ਰੇਡ ਸ਼ਬਦ ਦੀ ਗੁੱਡ ਨਹੀਂ ਆ, ਜੇ ਮੈਂ ਆਪਣੇ ਆਰਟ ਦੀ ਗੱਲ ਕਰਾਂ, ਤੇ ਕੁਛ ਸੀਗੇ ਮਾਨਸਿਕ ਕਾਰਨ। ਕਈ ਵਾਰੀ ਮਨ ਦੀ ਅਵਸਥਾ ਜਿਹੜੀ ਹੁੰਦੀ ਹੈ ਇੱਦਾਂ ਦੀ ਹੁੰਦੀ ਹੈ ਵੀ ਅਸੀਂ ਕਹਿੰਦੇ ਠੀਕ ਆ, ਬਸ ਹੋ ਗਿਆ।
ਔਰ ਜਦੋਂ ਮੈਂ 2007-8 ਦੀ ਗੱਲ ਕਰਦਾ ਤੁਹਾਨੂੰ, ਜਦੋਂ 2006-7 ਤੱਕ 8 ਤੱਕ ਵੀ ਠੀਕ ਗਾਣੇ ਆਉਂਦੇ ਰਹੇ ਮੇਰੇ। ਲਾਸਟ ਟਾਈਮ ਮੇਰੇ ਖਿਆਲ ਜਿਹੜੀ 2010 ਚ ਵੀ ਆਈ ਇੱਕ ਮੇਰਾ ਦਿਲ ਤੇਰਾ ਪਿਆਰ, ਗੋਲ ਕੰਪਨੀ ਦੇ ਗੀਤ ਜੀ। ਔਰ ਉਹ ਗਾਣੇ ਮਤਲਬ ਆਉਂਦੇ ਵੀ ਰਹੇ ਆ, ਲੇਕਿਨ ਉਹ ਤੋਂ ਬਾਅਦ ਇੰਡਸਟਰੀ ਜਿਹੜੀ ਸੀਗੀ ਉਹਨੇ ਆਪਦਾ ਰੂਪ ਬਦਲਣਾ ਸ਼ੁਰੂ ਕੀਤਾ ਜੀ। ਗਾਣਿਆਂ ਦੇ ਵਿਸ਼ੇ, ਗਾਣਿਆਂ ਦੀਆਂ ਤਰਜ਼ਾਂ, ਮਿਊਜ਼ਿਕ ਦਾ ਸਟਾਈਲ, ਉਹਦੇ ਵਿੱਚ ਇੱਕ ਤਬਦੀਲੀ ਹੋਣੀ ਸ਼ੁਰੂ ਹੋਈ ਜੀ। ਕੋਈ ਮਾੜੀ ਗੱਲ ਨਹੀਂ, ਤਬਦੀਲੀ ਹੋਣਾ ਇੱਕ ਕੁਦਰਤ ਦਾ ਨਿਯਮ ਆ, ਉਹਨੂੰ ਅਸੀਂ ਰੋਕ ਨਹੀਂ ਸਕਦੇ, ਉਹਨੇ ਸਾਡੇ ਰੋਕਣਾ ਨਹੀਂ, ਉਹਨੇ ਆ ਕੇ ਰਹਿਣਾ। ਫਿਰ ਉਹ 1-2 ਸਾਲ ਇਹ ਸਮਝ ਨਹੀਂ ਆਈ ਮੈਨੂੰ ਕਿ ਕਿੱਦਾਂ ਦਾ ਗਾਣਾ ਕਰੀਏ ਜੀ। ਕਿਉਂਕਿ ਦੇਖੋ, ਜੇ ਤੁਸੀਂ ਕਹੋ ਕਿ ਮੈਂ ਕਹਾਂ ਅੱਜ ਕਿ ਮੈਂ ਫਲਾਣੇ ਸਿੰਗਰ ਵਰਗਾ ਬਣਨਾ ਹੈ ਨਾ, ਤਾਂ ਉਹਦੇ ਲਈ ਮੈਨੂੰ ਹੋ ਸਕਦਾ ਬਹੁਤ ਸਾਰੀਆਂ ਚੀਜ਼ਾਂ ਆਪਦੇ ਅੰਦਰੋਂ ਮਾਈਨਸ ਕਰਨੀਆਂ ਪੈਣ, ਹੋ ਸਕਦਾ ਬਹੁਤ ਸਾਰੀਆਂ ਚੀਜ਼ਾਂ ਪਲੱਸ ਕਰਨੀਆਂ ਪੈਣ। ਕਈ ਵਾਰੀ ਅਸੀਂ ਇਸ ਚੀਜ਼ ਵਾਸਤੇ ਤਿਆਰ ਨਹੀਂ ਹੁੰਦੇ। ਫਿਰ ਮੈਨੂੰ ਇਹ ਲੱਗਿਆ ਵੀ ਕੀ ਕੀਤਾ ਜਾਵੇ, ਹੈ ਨਾ। ਕੁਛ ਇਹ ਹੁੰਦਾ ਕਿ ਇੱਕ ਬਹੁਤ ਵੱਡਾ ਤੁਹਾਡੇ ਕੋਲੇ ਬੈਕਅਪ ਪਿਆ ਹੁੰਦਾ ਪਿੱਛੇ। ਫਾਰ ਐਗਜ਼ਾਮਪਲ ਕੋਈ ਕਲਾਕਾਰ ਪਿਛਲੇ 40 ਸਾਲ ਤੋਂ ਕੰਮ ਕਰ ਰਿਹਾ, ਉਹਦੇ ਕੋਲ ਬਹੁਤ ਵੱਡਾ, ਉਹ ਆਪਦੀਆਂ ਉਹਨਾਂ ਚੀਜ਼ਾਂ ਨੂੰ ਉਸ ਬੈਕਅਪ ਦੇ ਨਾਲ ਬਦਲਦਾ ਰਹਿੰਦਾ। ਮੇਰੇ ਕੋਲ ਇੰਨੀ ਪਾਵਰ ਵੀ ਨਹੀਂ ਸੀ ਕਿ ਮੈਂ ਉੱਥੇ ਉਹ ਫੋਰਸ ਲਾ ਕੇ ਉਹ ਚੀਜ਼ਾਂ ਚੇਂਜ ਕਰ ਸਕਦਾ। ਸੋ ਫਿਰ ਉਹ ਮੈਂ ਉੱਥੇ ਚੁੱਪ ਵੱਟੀ ਰੱਖੀ। ਉਹ 2-3 ਸਾਲ ਇੱਦਾਂ ਨਿਕਲ ਗਏ। ਫਿਰ ਉਦੋਂ ਬਾਅਦ ਵੈਸੇ ਹੀ ਜ਼ਿੰਦਗੀ ਦਾ ਨਜ਼ਾਰਾ ਆਉਣ ਲੱਗ ਗਿਆ ਕਿ ਯਾਰ ਠੀਕ ਹੈ, ਇੱਦਾਂ ਗੁੱਡ ਆ, ਹੈ ਨਾ, ਵਧੀਆ, ਥੋੜ੍ਹਾ ਫਰੀਲੀ ਮੂਵ ਕਰਦੇ ਆ, ਕੋਈ ਉਹ ਨਹੀਂ। ਅਤੇ ਫਿਰ ਉਸ ਤੋਂ ਬਾਅਦ ਜਿਹੜੇ ਉਹ ਗੈਪ ਰਿਹਾ 5-6 ਸਾਲ, ਪਰ ਮੇਰੇ ਸਰੋਤਿਆਂ ਨੇ, ਮੈਨੂੰ ਸੁਣਨ ਵਾਲਿਆਂ ਨੇ, ਚਾਹਣ ਵਾਲਿਆਂ ਨੇ, ਉਹਨਾਂ ਨੇ ਮੇਰਾ ਖਹਿੜਾ ਨਹੀਂ ਛੱਡਿਆ। ਮਤਲਬ ਉਹ ਕਿਸੇ ਨਾ ਕਿਸੇ ਤਰੀਕੇ ਮੇਰੇ ਨਾਲ ਜੁੜੇ ਰਹੇ ਅਤੇ ਉਹਨਾਂ ਨੇ ਪ੍ਰੋਤਸਾਹਿਤ ਕੀਤਾ ਵੀ ਮੈਂ ਦੁਬਾਰਾ ਐਕਟੀਵੇਟ ਹੋਵਾਂ। ਅਤੇ ਉਦੋਂ ਬਾਅਦ ਫਿਰ ਮੈਂ ਦੁਬਾਰਾ ਹੁਣ ਪਿਛਲੇ ਸਾਲ ਤੋਂ ਕਾਫੀ ਜ਼ਿਆਦਾ ਐਕਟਿਵ ਆ। ਮੈਂ ਗਾਣਾ ਕਰਕੇ ਹਟਿਆ ਪਹਿਲਾਂ ਮੇਰੇ ਦਿਲ ਦਾ ਰੇਡੀਓ ਪੀ ਕੇ ਤੇਰੀਆਂ ਖਬਰਾਂ ਪੜ੍ਹਦਾ। ਹੁਣ ਕੋਈ ਨਵਾਂ ਤੁਹਾਡਾ ਹੋਰ ਕੋਈ? ਹਾਂਜੀ, ਹੁਣ ਮੇਰਾ ਗਾਣਾ ਮਾਰਕੀਟ ਵਿੱਚ ਰੀਸੈਂਟਲੀ ਚੱਲ ਰਿਹਾ। ਕਿਹੜਾ ਜੀ? ਇੱਕੋ ਰੰਗ ਦੀ ਸੁਆਹ ਬਣ ਜਾਣਾ, ਸੱਜਣਾ ਕਪਾ ਰੰਗਿਆ। ਉਹਨੂੰ ਮੈਂ 15-20 ਦਿਨ ਪਹਿਲਾਂ ਲਾਂਚ ਕੀਤਾ। ਲਾਂਚ ਹੋ ਗਿਆ ਜੀ? ਲਾਂਚ ਹੋ ਗਿਆ, ਹਾਂਜੀ। ਗਾਣਾ ਉਹਦੇ ਸੁਣਾਓ ਜੀ ਤੁਸੀਂ ਅੰਤਰੇ ਦੋ ਉਹਨਾਂ ਨੂੰ, ਦਰਸ਼ਕਾਂ ਨੂੰ। ਉਹ ਬਿਲਕੁਲ ਉਹ YouTube ਤੇ ਗਾਣਾ ਸੱਜਣਾ ਕਪਾ ਰੰਗਿਆ ਜਿਹੜਾ ਹੈ, ਪਿਆਰ ਦੇ ਰਹੇ ਨੇ ਸਾਰੇ ਦਰਸ਼ਕ ਉਹਨੂੰ, ਤੇ ਉਹਦੀਆਂ ਮੈਂ ਤੁਹਾਨੂੰ ਬੋਲਣਾ ਚਾਹੁੰਦਾ। ਕਾਲੀ ਕਾਲੀ ਰਾਤ ਵਿੱਚ ਤਾਰਿਆਂ ਦੀ ਛਾਵੇਂ ਓਏ, ਸੋਚਦਾ ਤੂੰ ਇਕੱਠਾ ਕੀਤਾ ਛੱਡ ਜਾਣਾ ਥਾਵੇਂ ਓਏ। ਜਿੰਨੀ ਨਿਭ ਗਈ ਨਿਭਾ ਤੁਰ ਜਾਣਾ, ਮਿਲਣਾ ਨੀ ਸਾ ਮੰਗਿਆ। ਇੱਕੋ ਰੰਗ ਦੀ ਸੁਆ ਬਣ ਜਾਣਾ, ਸੱਜਣਾ ਕਪਾ ਰੰਗਿਆ ਏ, ਸੱਜਣਾ ਕਪਾ ਰੰਗਿਆ। ਜ਼ਿੰਦਗੀ 'ਚ ਚੰਗੇ ਮਾੜੇ ਆਉਂਦੇ ਨੇ ਹਾਲਾਤ ਵੇ, ਕੰਡਿਆਂ ਤੋਂ ਜਾਣੀ ਜਾਂਦੀ ਫੁੱਲਾਂ ਦੀ ਔਕਾਤ ਵੇ। ਜ਼ਿੰਦਗੀ 'ਚ ਚੰਗੇ ਮਾੜੇ ਆਉਂਦੇ ਨੇ ਹਾਲਾਤ ਵੇ, ਕੰਡਿਆਂ ਤੋਂ ਜਾਣੀ ਜਾਂਦੀ ਫੁੱਲਾਂ ਦੀ ਔਕਾਤ ਵੇ। ਲੋਆਂ ਤੱਤੀਆਂ ਕਟਾ ਬਣ ਜਾਣਾ, ਆਉਣਾ ਜੋ ਦਿਨਾਂ ਚੰਗਿਆਂ। ਇੱਕੋ ਰੰਗ ਦੀ ਸੁਆ ਬਣ ਜਾਣਾ, ਸੱਜਣਾ ਕਪਾ ਰੰਗਿਆ ਏ, ਸੱਜਣਾ ਕਪਾ ਰੰਗਿਆ। ਜੀਐਸ ਪਟਰ ਜੀ, ਬਹੁਤ ਸੋਹਣਾ ਜੀ, ਸ਼ੁਕਰੀਆ ਜੀ, ਥੈਂਕ ਯੂ। ਇਹ ਵੀ ਉਹਨਾਂ ਦਾ ਲਿਖਿਆ ਜੀਐਸ ਉਹਨਾਂ ਦਾ ਜਾਂ ਇਹਦਾ ਇਹ ਧਰਮਜੀਤ ਆ ਮੁੰਡਾ, ਨਵਾਂ ਰਾਈਟਰ ਹੈ ਇਹ, ਧਰਮਜੀਤ ਦੀ। ਅੱਛਾ, ਨਵਾਂ ਮੁੰਡੇ ਦਾ, ਬਹੁਤ ਸੋਹਣਾ ਲਿਖਿਆ ਜੀ, ਬਹੁਤ ਸੋਹਣਾ। ਤੁਸੀਂ ਉਹਦਾ ਵੀ ਪਹਿਲਾ ਗੀਤ ਹੈ ਇਹ। ਠੀਕ ਹੈ ਜੀ। ਤੇ ਜਦੋਂ ਅਸੀਂ ਮਿਲੇ, ਮੈਨੂੰ ਉਹਨੇ ਗਾਣਾ ਸੁਣਾਇਆ ਤਾਂ ਮੈਨੂੰ ਅੱਛਾ ਲੱਗਿਆ ਗੀਤ, ਕਿਉਂਕਿ ਹੁਣ ਇੱਕ ਥੋੜੀ ਜਿਹੀ ਮੇਰੇ ਸੁਭਾਅ 'ਚ ਵੀ ਤਬਦੀਲੀ ਆਈ। ਪਹਿਲਾਂ ਸ਼ਾਇਦ ਜਦੋਂ ਅਸੀਂ ਮੇਰਾ ਜਿਹੜਾ ਮੈਂ ਕਹੂੰਗੀ ਪਹਿਲੀ ਪਾਰੀ ਸੀ ਜਿਹੜੀ, ਉਹਦੇ ਵਿੱਚ ਨਰੋਲ ਫੋਕਸ ਕਰਦੇ ਸੀ ਅਸੀਂ ਵੀ ਮਾਰਕੀਟ ਵਿੱਚ ਕੀ ਚੱਲ ਰਿਹਾ ਜੀ, ਤੇ ਮਾਰਕੀਟ 'ਚ ਕੀ ਚੱਲਦਾ ਤੇ ਕੀ ਅਸੀਂ ਵੇਚਣਾ। ਜਿਵੇਂ ਤੁਸੀਂ ਕਹਿੰਦੇ ਹੋ ਕਿ ਜਾਨ ਤੇਰੀ ਜਾਨ ਗਾਣਾ ਸੀ, ਚਾਹੇ ਉਹ ਕਰਮਾ ਮਾਰੇ ਆਸ਼ਿਕ ਗਾਣਾ ਸੀ, ਉਹ ਅਸੀਂ ਮਾਰਕੀਟ ਦਾ ਟ੍ਰੈਂਡ ਵੇਖ ਕੇ ਉਦੋਂ ਇਦਾਂ ਦੇ ਗਾਣੇ ਚੱਲਦੇ ਸੀ। ਧਰਮਜੀਤ ਹੋਣੀ ਗਾਉਂਦੇ ਸੀ, ਜਾਂ ਹੋਰ ਬਿੰਦਰ ਕੋਹੀਨੂਰ ਸੀ ਮੇਰੇ ਤੋਂ ਪਹਿਲਾਂ,
ਅਸੀਂ ਉਹ ਸੋਚ ਕੇ ਗਾਣਾ ਸੋਚ ਬਣਾਉਂਦੇ ਕੇ ਗਾਣਾ ਜੀ। ਹੁਣ ਮੈਂ ਆਜ਼ਾਦ ਤੌਰ ਤੇ ਕੰਮ ਕਰਦਾ ਜੀ। ਮੈਨੂੰ ਕੋਈ ਬੰਦਿਸ਼ ਨਹੀਂ ਹੈ, ਮੈਂ ਮੈਟਰ ਚੂਜ਼ ਆਪਣੇ ਆਪ ਕਰਨਾ ਹੁੰਦਾ ਤੇ ਮੈਂ ਹੁਣ ਇਹ ਸੋਚ ਕੇ ਕਰਦਾ ਗਾਣਾ ਕਿ ਜਿਹੜਾ ਗਾਣਾ ਮੈਨੂੰ ਵਧੀਆ ਲੱਗਦਾ ਜੀ। ਜਿਹੜੇ ਗਾਣੇ ਨੂੰ ਗਾ ਕੇ ਜਿਹਦੇ ਵਿੱਚ ਮੇਰੀ 100% ਇਨਵੋਲਵਮੈਂਟ ਹੁੰਦੀ ਆ, ਮੈਂ ਉਹਦੇ ਵਿੱਚ ਗਾਣੇ 'ਚ ਸ਼ਾਮਲ ਆ, ਜੀ। ਮੈਂ ਉਹ ਗਾਣਾ ਕਰਨਾ। ਬਿਲਕੁਲ ਜੀ। ਮੈਂ ਇਸ ਗੱਲ ਤੋਂ ਬਿਲਕੁਲ ਮੁਕਤ ਹੋ ਚੁੱਕਿਆ ਕਿ ਮੇਰੇ ਗਾਣੇ ਨੂੰ 10 ਬੰਦੇ ਲਾਈਕ ਕਰਦੇ ਆ, ਜੀ। 10,000 ਲਾਈਕ ਕਰਦੇ ਆ ਜੀ। ਜਾਂ 0 ਲਾਈਕ ਕਰਦਾ, ਕਿਉਂਕਿ ਇਹ ਕੋਈ ਮੈਟਰ ਨਹੀਂ ਹੈ ਮੇਰੇ ਲਈ। ਜਦੋਂ ਤੁਸੀਂ ਡਰ ਤੋਂ ਮੁਕਤ ਹੋ ਜਾਂਦੇ ਹੋ ਜੀ। ਤੁਸੀਂ ਉਦੋਂ ਬਿਹਤਰ ਕੰਮ ਕਰ ਸਕਦੇ ਹੋ। ਤੇ ਜਿੰਨਾ ਚਿਰ ਤੁਸੀਂ ਇੱਕ ਪ੍ਰੈਸ਼ਰ ਥੱਲੇ ਹੋ ਉਹਦੇ ਅੰਦਰ ਸ਼ਾਇਦ ਸੋਰੀਆਂ ਬਹੁਤ ਸਾਰੀਆਂ ਥੋੜੀ ਹੋ ਸਕਦਾ ਕਲਾ ਉੱਭਰ ਕੇ ਸਾਹਮਣੇ ਨਾ। ਬਿਲਕੁਲ ਜੀ। ਸੋ ਹੁਣ ਮੈਂ ਆਪਣੇ ਮਨ ਦੀ ਕਰਦਾ ਔਰ ਮਨ ਵਾਲੀ ਗਾਣੇ ਜਿਹੜੇ ਆਉਣ ਵਾਲੇ ਹਰ ਮਹੀਨੇ ਹੁਣ ਗਾਣਾ ਆਏਗਾ। ਹੁਣ ਇੱਕ ਮੈਂ ਗਾਣਾ ਜਿਹੜਾ ਹੈ ਜੀ। ਨੰਦ ਲਾਲ ਨੂਰਪੁਰੀ ਸਾਹਿਬ ਦਾ ਜੀ। ਦੇਸ਼ ਭਗਤੀ ਦਾ ਗਾਣਾ ਉਹ ਰਿਕਾਰਡ ਕਰਨਾ ਨਵਾਂ ਹੋਰ ਆ ਰਿਹਾ ਇਸ ਤੋਂ ਹਾਂਜੀ ਮਗਰੋਂ? ਅਗਲੇ ਮੰਥ ਹਾਂਜੀ ਉਹ ਆ ਰਿਹਾ। ਉਸ ਤੋਂ ਬਾਅਦ ਫਿਰ ਬਾਬਾ ਬੰਦਾ ਸਿੰਘ ਬਹਾਦਰ ਤੇ ਇੱਕ ਪ੍ਰੋਜੈਕਟ ਕਰ ਰਹੇ ਜੀ। ਠੀਕ ਹੈ, ਉਹਦੇ ਵਿੱਚ ਜਿਹੜਾ ਹੈ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਰਿਲੇਟਡ ਮੈਟਰ ਗਾਵਾਂਗੇ। ਉਸ ਤੋਂ ਬਾਅਦ ਫਿਰ ਇੱਕ ਡਾਕਟਰ ਸੁਜੀਤ ਪਾਤਰ ਹੋਣਾ ਦੀ ਰਚਨਾ ਉੱਤੇ ਕੰਮ ਕਰਨਾ ਹੈ, ਨਾਲ ਮੈਂ ਗਜ਼ਲਾਂ ਵੀ ਤਿਆਰ ਕਰਦਾ ਤੇ ਨਾਲ ਕਮਰਸ਼ੀਅਲ ਗਾਣੇ ਵੀ। ਸੋ ਹੁਣ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਗਾਉਣਾ ਹੁਣ ਸ਼ੁਰੂ ਕੀਤਾ, ਹੁਣ ਸਟਾਰਟ ਹੋਇਆ ਕੰਮ। ਜੀ। ਮਤਲਬ ਤੁਹਾਡਾ ਕਹਿਣ ਦਾ ਮਤਲਬ ਵੀ ਹੁਣ ਇਹ Song ਜਿਹੜੇ ਤੁਹਾਡੇ ਲਗਾਤਾਰ ਜਿਵੇਂ ਪਹਿਲਾਂ ਆਉਂਦੇ ਸੀ ਉਵੇਂ ਚੱਲਣਗੇ? ਹਾਂਜੀ ਹਾਂ, ਕੋਈ ਗੈਪ ਨਹੀਂ ਪਾਉਂਦੇ? ਔਰ ਉਹਨਾਂ ਜਿਹੜੇ ਹੁਣ ਗਾਣੇ ਆਉਣਗੇ ਉਹ ਨਰੋਲ ਮੇਰੇ ਮਤਲਬ ਮੇਰੇ ਸਟਾਈਲ ਦੇ ਗਾਣੇ ਜਾਂ ਕਹਿ ਲਓ ਜਿੱਦਾਂ ਦਾ ਮੈਂ ਗਾਉਣਾ ਚਾਹੁੰਦਾ। ਠੀਕ ਹੈ ਜੀ। ਤੇ ਬਿਲਕੁਲ ਉਹਦੇ ਵਿੱਚ ਮੈਂ ਇਹ ਧਿਆਨ ਨਹੀਂ ਰੱਖਣਾ, ਕੋਈ ਸਮਝੌਤਾ ਨਹੀਂ ਤੁਹਾਡਾ ਇਹਦੇ? ਕੋਈ ਵੀ ਕੰਪਰੋਮਾਈਜ਼ ਨਹੀਂ ਉਹਦੇ ਵਿੱਚ। ਇਹ ਨਹੀਂ ਕਿ ਮੂਸੇ ਵਾਲਾ ਕਿ ਕੌਣ ਗਾਉਣ ਗਾ ਰਿਹਾ, ਠੀਕ ਹੈ ਉਹ ਆਪਦੀ ਆਪਦੀ ਜਗ੍ਹਾ ਤੇ ਬਿਹਤਰ ਗਾ ਰਿਹਾ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ, ਬਿਲਕੁਲ ਜੀ। ਕਿਉਂਕਿ ਲੋਕ ਉਹਨੂੰ ਪਸੰਦ ਕਰਦੇ ਆ, ਮੂਸੇ ਵਾਲਾ ਦਾ ਅੱਜ ਨਾ ਉਹਨਾਂ ਦੀ ਜਨਰੇਸ਼ਨ ਬਿਲਕੁਲ। ਲੇਕਿਨ ਮੈਂ ਜੋ ਗਾਉਣਾ ਜੋ ਮੈਨੂੰ ਪਸੰਦ ਮੈਨੂੰ ਖੁਦ ਨੂੰ, ਸੋ ਮੈਂ ਉਸ ਡਰ ਤੋਂ ਉਸ ਗੇਮ ਤੋਂ ਬਿਲਕੁਲ ਮੁਕਤ ਹੋ ਚੁੱਕਿਆ। ਜੇ ਆਪਾਂ ਗੱਲ ਕਰੀਏ ਵੀ ਜਿਵੇਂ ਤੁਸੀਂ ਇੰਨਾ ਚਿਰ ਗੈਪ ਰਹੇ, ਗੈਪ ਦੇ ਵਿੱਚ ਫਿਰ ਤੁਹਾਡਾ ਟਾਈਮ ਕਿਵੇਂ ਨਿਕਲਦਾ ਸੀ? ਜਿਵੇਂ ਹੁਣ ਤਾਂ ਤੁਸੀਂ ਜਿਵੇਂ ਗਾਇਕੀ ਦੇ ਵਿੱਚ ਹੈਗਾ ਵੀ ਆਪਾਂ ਚੋਣ ਕਰ ਲਈ ਆ, ਮਿਊਜ਼ਿਕ ਕਰ ਲਿਆ, ਟਾਈਮ ਲੰਘਦਾ ਜਾਂਦਾ, ਹਾਂਜੀ ਫ੍ਰੀ ਨਹੀਂ ਹੁੰਦੇ, ਤੇ ਉਦੋਂ ਫਿਰ ਫ੍ਰੀ ਤੁਸੀਂ ਕੀ ਕਰਦੇ ਰਹੇ? ਨਹੀਂ ਫ੍ਰੀ ਤਾਂ ਚਲੋ ਬੰਦੇ ਦੇ ਸੌਰ ਜਿਵੇਂ ਹੁੰਦੇ ਆ ਕਈ ਵਾਰੀ। ਬਾਕੀ ਆਪਣੇ ਇੰਡੀਆ ਦੇ ਵਿੱਚ ਤਾਂ ਵੈਸੇ ਵੀ ਲੋਕ ਬਿਨਾਂ ਕੰਮ ਤੋਂ ਵੀ ਬਹੁਤ ਬਿਜ਼ੀ ਹੈ। ਬਿਲਕੁਲ ਜੀ। ਤੁਸੀਂ ਕਦੇ ਮਤਲਬ ਉਹ ਕਹਿੰਦਾ ਵੀ ਜਦੋਂ ਬੰਦਾ ਫਾਟਕਾਂ ਤੇ ਖੜਾ ਸੀ ਨਾ, ਫਾਟਕਾਂ ਤੇ ਖੜ ਕੇ 10 ਮਿੰਟ ਰੁਕ ਕੇ ਦੇਖਿਆ, ਉਹ ਫਾਟਕ ਲੱਗੇ ਹੋਏ ਸੀ, ਟ੍ਰੇਨ ਹਲੇ ਆਉਣੀ ਸੀ ਤੇ ਉਹ ਲੋਕ ਥੱਲੇ ਦੀ ਮੋਟਰਸਾਈਕਲ ਕੱਢ ਰਹੇ ਆ ਟੇਢੇ ਹੋ ਕੇ ਸਿੱਧੇ ਹੋ ਕੇ ਜੀ। ਉਹ ਕੋਈ ਬਾਹਰੋਂ ਆਇਆ ਸੀ ਬੰਦਾ, ਉਹ ਸਰਵੇ ਕਰਨ ਆਇਆ ਸੀ ਵੀ ਉਹ ਕਹਿੰਦਾ ਵੀ ਹਿੰਦੁਸਤਾਨ ਦੇ ਲੋਕ ਜਾਂ ਵੀ ਵਿਹਲੇ ਬਹੁਤ ਆ। ਉਹ ਕਿਤੇ ਫਾਟਕਾਂ ਤੇ ਜਦੋਂ ਉਹਨੇ 20-25 ਮਿੰਟ ਨਜ਼ਾਰਾ ਦੇਖਿਆ, ਉਹਨੇ ਜਾ ਕੇ ਉੱਥੇ ਰਿਪੋਰਟ ਦਿੱਤੀ, ਉਹ ਕਹਿੰਦਾ ਤੁਸੀਂ ਬਿਲਕੁਲ ਝੂਠ ਮਾਰਦੇ ਆ, ਜਿੰਨੀ ਤੇਜ਼ੀ ਇਹਨਾਂ ਬੰਦਿਆਂ ਨੂੰ ਆ ਜਿੰਨੇ ਇਹ ਬਿਜ਼ੀ ਆ ਉਹਨਾਂ ਕੋਈ ਨਹੀਂ ਬਿਜ਼ੀ। ਇਹ ਸਹੀ ਗੱਲ ਹੈ। ਇਸ ਕਰਕੇ ਅਸੀਂ ਕੰਮ ਕੱਢ ਲੈਂਦੇ ਆ, ਸਾਡੇ ਕੋਲ ਵਾਧੂ ਟਾਈਮ ਹੁੰਦਾ ਤੇ ਫਿਰ ਵੀ ਅਸੀਂ ਬਹੁਤ ਬਿਜ਼ੀ ਹੁੰਦੇ ਹਾਂ। ਪਰ ਚਲੋ ਇਹ ਤਾਂ ਇੱਕ ਮਜ਼ਾਕ ਵਾਲੀ ਗੱਲ ਆ। ਮੈਂ ਉਦੋਂ ਬਾਅਦ ਜੌਬ 'ਚ ਆ ਗਿਆ ਸੀਗਾ, ਮੈਂ ਗਵਰਨਮੈਂਟ ਟੀਚਰ ਹਾਂ ਹੁਣ। ਤੁਸੀਂ ਗਵਰਨਮੈਂਟ ਟੀਚਰ ਵੀ ਨਾਲ? ਮੈਂ ਪੜ੍ਹਾਉਣਾ ਨਾਲ ਤੇ ਉਧਰ ਮੇਰਾ ਟਾਈਮ ਥੋੜਾ ਪਾਸ ਹੁੰਦਾ। ਜੌਬ ਤੁਸੀਂ ਕਦੋਂ ਸ਼ੁਰੂ ਕੀਤੀ? ਮੈਂ 2014 ਤੋਂ। ਇਹ ਫਿਰ ਇੰਨਾ ਬਦਲਾਅ ਇੱਧਰ ਕਿਵੇਂ ਆ ਗਿਆ ਜੀ ਤੁਸੀਂ ਇਸ ਲਾਈਨ 'ਚ? ਇਹ ਵੀ ਇੱਕ ਇਹਦਾ ਵੀ ਕਾਰਨ ਇੱਕ ਇਹੀ ਆ ਵੀ ਮੈਂ ਜਦੋਂ ਸਿੰਗਿੰਗ ਕਰਦਾ ਸੀ ਫੁੱਲ ਟਾਈਮ ਹਨਾ, ਬਿਲਕੁਲ, ਉਦੋਂ ਅਸੀਂ ਬਿਜ਼ੀ ਹੁੰਦੇ ਸੀਗੇ, ਬਹੁਤ ਜ਼ਿਆਦਾ ਕੰਮ ਹੁੰਦਾ ਸੀ ਵੀ ਪ੍ਰੋਗਰਾਮ ਕਰਨੇ ਜਾਂ ਹੋਰ ਕੋਈ ਗਾਣਾ ਬਣਾ ਲਿਆ, ਕੈਸਟ ਦੇ ਮਗਰ ਕੈਸਟ ਆ ਰਹੀ ਆ, ਕੈਸਟ 'ਚ ਵੀ ਗਾਣੇ 8-8 ਕਰ ਰਹੇ ਆ ਹਨਾ, ਹੁਣ ਤਾਂ ਗਾਣੇ ਇੱਕ ਕਰਨਾ ਹੁੰਦਾ। ਬਿਲਕੁਲ ਜੀ। ਫਿਰ ਉਦੋਂ ਬਾਅਦ ਇੱਕ ਟਾਈਮ ਐਸਾ ਆਇਆ ਵੀ ਜਦੋਂ ਮੈਂ ਥੋੜਾ ਫ੍ਰੀ ਰਹਿਣ ਲੱਗ ਗਿਆ, ਇੱਕ ਡੀਜੇ ਕਲਚਰ ਆਇਆ ਪੰਜਾਬ 'ਚ, ਡੀਜੇ ਕਲਚਰ ਨਾਲ ਵੀ ਥੋੜਾ ਕਾਫੀ ਫਰਕ ਪੈ ਗਿਆ, ਥੋੜਾ ਪ੍ਰੋਗਰਾਮਾਂ ਦਾ ਫਰਕ ਪਿਆ, ਕਾਫੀ ਵੇਲ ਰਹਿਣ ਲੱਗੀ। ਤੇ ਮੈਂ ਫਿਰ ਇਸ ਵੇਲ ਦਾ ਇਲਾਜ ਲੱਭਣਾ ਚਾਹੁੰਦਾ ਸੀ ਜੀ ਯਾਰ, ਵੀ ਇਦਾਂ ਫ੍ਰੀ ਰਹਿ ਕੇ ਤਾਂ ਮਤਲਬ ਮੈਨੂੰ ਖੁਦ ਨੂੰ ਵੀ ਨਹੀਂ ਵਧੀਆ ਲੱਗਦਾ, ਚਾਹੇ ਮੇਰਾ ਗੁਜ਼ਾਰਾ ਤਾਂ ਹੋ ਰਿਹਾ ਸੀਗਾ ਪਰ ਮੈਨੂੰ ਲੱਗਦਾ ਸੀ ਵੀ ਨਹੀਂ ਵੀ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ। ਫਿਰ ਮੇਰੇ ਮਨ 'ਚ ਬਹੁਤ ਸਾਰੇ ਖਿਆਲ ਆਏ ਵੀ ਕੀ ਕੀਤਾ ਜਾ ਸਕਦਾ, ਵੀ ਕੀ ਆਪਾਂ ਕਰ ਸਕਦੇ ਹਾਂ। ਫਿਰ ਮੈਨੂੰ ਆਪਦੇ ਅੰਦਰ ਉਹੀ ਵਿਦਿਆਰਥੀ ਮੇਰੇ ਅੰਦਰ ਜਾਗਿਆ ਜੀ, ਜਿਹੜੇ ਵਿਦਿਆਰਥੀ ਨੂੰ ਮੈਂ ਸਨ 2000 ਵਿੱਚ ਚਾਦਰ ਦੇ ਕੇ ਸਵਾਤਾ ਸੀ। ਮਤਲਬ ਜਦੋਂ ਮੈਂ MA ਕਰਦਾ ਸੀ ਉਦੋਂ ਮੈਂ ਪੜ੍ਹਾਈ ਛੱਡੀ ਜੀ, ਤੇ ਮੈਂ ਉਹ ਵਿਦਿਆਰਥੀ ਨੂੰ ਗੁੜੀ ਨਹੀਂ ਸਕਦਾ, ਮੈਂ ਫਿਰ ਮੋਢਾ ਹਿਲਾ ਕੇ ਉਹ ਵਿਦਿਆਰਥੀ ਨੂੰ ਜਗਾਇਆ ਵੀ ਉੱਠ, ਵੀ ਹੁਣ ਤੇਰਾ ਕੰਮ ਜਿਹੜਾ ਹੈ ਸ਼ੁਰੂ ਹੋਣ ਵਾਲਾ। ਬਿਲਕੁਲ ਜੀ। ਫਿਰ ਉਹ ਵਿਦਿਆਰਥੀ ਉੱਠਿਆ ਤੇ ਉਹ ਵਿਦਿਆਰਥੀ ਨੇ ਉੱਠ ਕੇ ਫਟਾਫਟ ਜਿਹੜੀਆਂ 3-4 ਡਿਗਰੀਆਂ ਸੀਗੀਆਂ B.Ed M.Ed MA ਉਹ ਕੀਤੀਆਂ, ਤੇ ਉਸ ਵਿਦਿਆਰਥੀ ਨੇ ਫਿਰ ਟੈਟ ਕਲੀਅਰ ਕੀਤਾ ਤੇ ਉਹ ਵਿਦਿਆਰਥੀ ਫਿਰ ਅਧਿਆਪਕ ਬਣ ਗਿਆ। ਮਤਲਬ ਇਹ ਇੱਕ ਜਿਹੜੀ ਮੇਰੇ ਅੰਦਰ ਜਦੋਂ ਮੈਂ ਸ਼ਾਇਦ ਘਰ ਤੋਂ ਨਿਕਲਿਆ ਸੀਗਾ ਜੀ, ਤੇ ਮੈਂ ਘਰ ਤੋਂ ਅਧਿਆਪਕ ਬਣਨ ਲਈ ਨਿਕਲਿਆ ਸੀ ਜੀ, ਤੇ ਉੱਥੇ ਇੱਕ ਟਰਨਿੰਗ ਪੁਆਇੰਟ ਆਇਆ, ਮੈਂ ਸਿੰਗਰ ਬਣ ਗਿਆ।
ਸ਼ੁਰੂਆਤ ਜਦੋਂ ਤੁਸੀਂ ਘਰੋਂ ਨਿਕਲੇ ਹਾਂਜੀ, ਕਿਉਂਕਿ ਮੈਂ ਟੀਚਰ ਬਣ ਅਧਿਆਪਕ ਬਣਨ ਬਿਲਕੁਲ, ਕਿਉਂਕਿ ਮੈਂ ਉਦੋਂ ਪੜ੍ਹਦਾ ਸੀ, ਗ੍ਰੈਜੂਏਸ਼ਨ ਕੀਤੀ ਸੀ, ਮੈਂ ਗ੍ਰੈਜੂਏਸ਼ਨ ਕਰਕੇ ਪੋਸਟ ਗ੍ਰੈਜੂਏਸ਼ਨ ਕਰਨ ਲਈ ਉੱਥੇ ਗਿਆ ਸੀ। ਪਰ ਉਹ ਇੱਕ ਲਾਈਫ 'ਚ ਚੇਂਜ ਆ ਗਈ ਵੀ ਇੱਕ ਨਦੀ ਪਾਟ ਗਈ ਸਾਈਡ ਨੂੰ। ਬਿਲਕੁਲ ਜੀ। ਉਹ ਫਿਰ ਨਦੀ 7-8 ਸਾਲ ਪਾਸੇ ਵਹਿੰਦੀ ਰਹੀ ਜੀ ਤੇ ਮੁੜ ਕੇ ਫਿਰ ਵਾਪਸ ਉਸੇ ਨਦੀ ਵਿੱਚ ਹੀ ਆ ਕੇ ਉੱਥੇ ਮਿਲ ਗਈ। ਮੈਂ ਫਿਰ ਉਹੀ ਵਿਦਿਆਰਥੀ ਜੀਵਨ ਜਿਉਂ ਕੇ ਤੇ ਆਪਦੀ ਜੌਬ 'ਚ। ਫਿਰ ਮੈਨੂੰ ਨਾਲ ਦੀ ਨਾਲ ਇਹ ਵੀ ਲੱਗਿਆ ਕਿ ਇੱਕ ਜਿਹੜਾ ਆਰਟਿਸਟ ਹੁੰਦਾ ਜੀ ਉਹ ਇੱਕ ਬਿਹਤਰੀਨ ਅਧਿਆਪਕ ਬਣ ਸਕਦਾ। ਬਿਲਕੁਲ, ਕਿਉਂਕਿ ਜਿਹੜਾ ਅਧਿਆਪਨ ਆ ਬੇਸਿਕਲੀ ਟੀਚਿੰਗ ਦਾ ਕਿੱਤਾ ਜਿਹੜਾ ਇੱਥੇ ਫਿਰ ਮੈਂ ਕਿੱਤਾ ਗਲਤ ਸ਼ਾਇਦ ਇਸਤੇਮਾਲ ਕਰ ਗਿਆ, ਲਫ਼ਜ਼ ਕਿੱਤਾ ਨਹੀਂ ਕਹਿ ਸਕਦੇ, ਜਿਹੜਾ ਇਹ ਖੇਤਰ ਕਹਿ ਲਓ ਜਾਂ ਇਹ ਸੇਵਾ ਹੈਗੀ ਆ, ਇਹਦੇ ਅੰਦਰ ਤੁਹਾਨੂੰ ਇੱਕ ਕਲਾਕਾਰ ਕੋਲ ਜਿਹੜੀਆਂ ਯੋਗਤਾ ਹੁੰਦੀਆਂ ਉਹੀ ਯੋਗਤਾ ਤੁਹਾਨੂੰ ਕਲਾਸਰੂਮ 'ਚ ਚਾਹੀਦੀਆਂ। ਬਿਲਕੁਲ, ਜਿਹੜੀਆਂ ਯੋਗਤਾ ਤੁਸੀਂ ਸਟੇਜ ਤੇ ਵਰਤਦੇ ਆ ਉਹੀ ਯੋਗਤਾ ਤੁਸੀਂ ਬੱਚਿਆਂ ਨੂੰ ਆਪਦੇ ਨਾਲ ਜੋੜਨ ਲਈ ਵਰਤ ਸਕਦੇ ਆ। ਤੁਹਾਡਾ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਕਿ ਜਿਹੜੀ ਵੌਇਸ ਚੇਂਜਿੰਗ ਹੈਗੀ ਆ ਹੈ ਨਾ, ਇਹਨੂੰ ਆਪਾਂ ਸਟਿਮੂਲੇਸ਼ਨ ਵੇਰੀਏਸ਼ਨ 'ਚ ਆ ਜਾਂਦਾ ਬੱਚਿਆਂ ਨੂੰ ਪੜ੍ਹਾਉਣਾ। ਕਿੱਥੇ ਅਸੀਂ ਨਾਟਕ ਕਰਨਾ, ਕਿੱਥੇ ਅਸੀਂ ਐਕਟਿੰਗ ਕਰਨੀ ਆ, ਕਿੱਥੇ ਅਸੀਂ ਦਬਾਅ ਜ਼ਿਆਦਾ ਪਾਉਣਾ, ਕਿੱਥੇ ਅਸੀਂ ਘੱਟ ਦਬਾਅ ਪਾਉਣਾ, ਕਿੱਥੇ ਸਾਡੀ ਟੋਨ ਕਿਵੇਂ ਹੋਵੇ, ਇਹ ਸਾਰੀਆਂ ਯੋਗਤਾ ਕਲਾਕਾਰੀ 'ਚ ਵੀ ਅਸੀਂ ਵਰਤਦੇ। ਬਿਲਕੁਲ, ਦੇਖੋ ਜਿੱਦਾਂ ਸ਼ਬਦਾਂ ਨੂੰ ਕਹਿਣ ਲੱਗੇ ਸਾਡੇ ਗੁਰੂ ਜੀ ਦੱਸਦੇ ਹੁੰਦੇ ਸੀ ਵੀ ਜਦੋਂ ਤੁਸੀਂ ਸ਼ਬਦ ਨੂੰ ਜਿੰਨਾ ਚਿਰ ਸਹੀ ਬੋਲਦੇ ਨਹੀਂ, ਬਿਲਕੁਲ ਜੀ, ਜਿੰਨਾ ਚਿਰ ਸਹੀ ਉਹਨੂੰ ਪ੍ਰੋਨਾਉਂਸ ਨਹੀਂ ਕਰਦੇ, ਉਹਦਾ ਉਚਾਰਨ ਸਹੀ ਨਹੀਂ ਕਰਦੇ ਜੀ, ਉਹਨਾਂ ਚਿਰ ਉਹ ਸ਼ਬਦ ਖੂਬਸੂਰਤ ਨਹੀਂ ਲੱਗੇਗਾ। ਕਿਉਂਕਿ ਹਰ ਸ਼ਬਦ ਦੀ ਆਪਣੀ ਖੂਬਸੂਰਤੀ ਹੈ। ਜੇ ਮੈਂ ਖੂਬਸੂਰਤੀ ਸ਼ਬਦ ਬੋਲਿਆ ਤਾਂ ਇਹਦੀ ਵੀ ਆਪਣੀ ਖੂਬਸੂਰਤੀ ਹੈ। ਜੇ ਉਹਨੂੰ ਤੁਸੀਂ ਹੋਰ ਤਰੀਕੇ ਨਾਲ ਬੋਲੋਗੇ ਤਾਂ ਜਿਹੜੀ ਉਹਦੀ ਸ਼ਬਦ ਦੀ ਖੂਬਸੂਰਤੀ ਹੈ ਉਹ ਮਰ ਜੂਗੀ। ਉਹ ਜਿਹੜੀਆਂ ਤਕਨੀਕ ਅਸੀਂ ਤੁਸੀਂ ਜਿਵੇਂ ਜਗਜੀਤ ਸਿੰਘ ਦੀਆਂ ਗਜ਼ਲਾਂ ਸੁਣਦੇ ਹੋ ਤੇ ਉਹ ਜਿਹੜਾ ਉਹਦਾ ਉਚਾਰਨ ਆ ਤੇ ਜਿਹੜਾ ਉਹਦਾ ਕਹਿਣ ਦਾ ਇੱਕ ਲਹਿਜ਼ਾ, ਬਿਲਕੁਲ ਉਹਦੀ ਖੂਬਸੂਰਤੀ ਹੈ ਜਿਹੜੀ ਉਹ ਮਤਲਬ ਕਲਾਕਾਰੀ ਵਿੱਚ ਸਿੱਖਣ ਨੂੰ ਮਿਲਦੀ ਹੈ। ਸਾਨੂੰ ਸਾਡੇ ਗੁਰੂਆਂ ਨੇ ਜਾਂ ਸਾਡੇ ਤੋਂ ਸਿਆਣੇ ਬੰਦਿਆਂ ਨੇ ਸਾਨੂੰ ਸਿਖਾਈ। ਬਿਲਕੁਲ, ਤੇ ਉਹੀ ਮੇਰੇ ਟੀਚਿੰਗ 'ਚ ਬਹੁਤ ਜ਼ਿਆਦਾ ਕੰਮ ਆਉਂਦੀ। ਬਿਲਕੁਲ, ਤੇ ਮੇਰਾ ਜਿਹੜਾ ਬੱਚਿਆਂ ਨੂੰ ਲੈਸਨ ਹੁੰਦਾ ਪ੍ਰਭਾਵਸ਼ਾਲੀ ਹੁੰਦਾ ਤੇ ਬੱਚੇ ਮੈਨੂੰ ਸੁਣਨਾ ਪਸੰਦ ਕਰਦੇ ਆ। ਔਰ ਜੇ ਮਤਲਬ ਮੈਂ ਸਮਝਦਾ ਵੀ ਜੇ ਮੈਂ ਆਰਟਿਸਟ ਨਾ ਹੁੰਦਾ ਤਾਂ ਸ਼ਾਇਦ ਮੈਂ ਬਿਹਤਰੀਨ ਟੀਚਰ ਵੀ ਨਾ। ਮੈਨੂੰ ਲੱਗਦਾ ਕਿ ਇੱਕ ਟੀਚਰ ਨੂੰ ਆਰਟਿਸਟ ਜ਼ਰੂਰ ਹੋਣਾ ਚਾਹੀਦਾ। ਤੇ ਪੀਟਰ ਜੀ, ਜਿਵੇਂ ਹੁਣ ਤੁਸੀਂ ਦੱਸਿਆ ਜੌਬ ਕਰਦੇ ਟੀਚਰ ਦੀ, ਤੇ ਟੀਚਰ ਜੀ ਆਪਾਂ ਪਹਿਲਾਂ ਗੱਲ ਕਰੀ ਤਾਂ ਆਪਾਂ ਸਕੂਲਾਂ ਦੇ ਵਿੱਚ ਟੀਚਰ ਜਿਹੜੇ ਹੁੰਦੇ ਸੀ ਬਾਲ ਸਭਾ ਬੱਚਿਆਂ ਤੋਂ ਕਰਾਉਂਦੇ, ਗੀਤ ਸੁਣਦੇ ਹੁੰਦੇ ਸੀ। ਹੁਣ ਕਿਤੇ ਕੰਮ ਉਲਟਦਾ ਨਹੀਂ, ਬੱਚੇ ਤੁਹਾਨੂੰ ਕਹਿੰਦੇ ਉਹਨਾਂ ਸਰ ਸਾਨੂੰ ਗੀਤ ਸੁਣਾਓ? ਨਹੀਂ, ਬੱਚੇ ਮੈਨੂੰ ਜਾਣਦੇ ਆ, ਮੇਰੇ ਗਾਣੇ ਸੁਣਦੇ ਆ, ਕਹਿੰਦੇ ਆ। ਪਰ ਜਦੋਂ ਸਾਨੂੰ ਕੋਈ ਸਕੂਲ ਦੇ ਵਿੱਚ ਕੋਈ ਯੋਗ ਟਾਈਮ ਮਿਲਦਾ ਜਾਂ ਅਸੀਂ ਕਿਤੇ ਚਲੋ ਸੈਚਰਡੇ ਨੂੰ ਬੱਚਿਆਂ ਨੂੰ ਕੋਈ ਫੰਕਸ਼ਨ ਵੀ ਕਰਦੇ ਆ ਜੀ, ਉਦੋਂ ਫਿਰ ਸੁਣੀਦਾ ਵੀ ਹੈ ਤੇ ਸੁਣਾਈਦਾ ਵੀ। ਮਹਿਫਲ ਲੱਗਦੀ ਪੂਰੀ ਜੀ? ਹਾਂ, ਉਦੋਂ ਲੱਗਦੀ ਮੈਂ। ਤੇ ਕੋਈ ਪੀਟਰ ਜੀ ਹੁਣ ਆਪਾਂ ਗੱਲ ਕਰੀਏ, ਇੰਨਾ ਚਿਰ ਤੁਸੀਂ ਪੰਜਾਬੀ ਇੰਡਸਟਰੀ ਨਾਲ ਜੁੜੇ ਹੋ, ਕੋਈ ਅਜਿਹੀ ਘਟਨਾ ਹੋਵੇ ਜਾਂ ਕੋਈ ਅਜਿਹੀ ਗੱਲ ਹੋਵੇ ਜਿਹੜੀ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋਵੇ? ਘਟਨਾਵਾਂ ਤਾਂ ਮੇਰੇ ਜ਼ਿਹਨ 'ਚ ਬਹੁਤ ਆਉਂਦੀਆਂ ਜੀ, ਚੰਗੀਆਂ ਵੀ ਮਾੜੀਆਂ ਵੀ ਜੀ, ਕਿਉਂਕਿ ਬਹੁਤ ਲੋਕ ਹੋਣਗੇ ਜਿਹੜੇ ਮੈਨੂੰ ਪਸੰਦ ਕਰਦੇ ਹੋਣਗੇ ਜੀ, ਬਹੁਤ ਜ਼ਿਆਦਾ ਲੋਕ ਹੋਣਗੇ ਜਿਹੜੇ ਮੈਨੂੰ ਨਹੀਂ ਪਸੰਦ ਕਰਦੇ। ਬਿਲਕੁਲ ਜੀ, ਕਿਉਂਕਿ ਪਸੰਦ ਨਾ ਪਸੰਦ ਆਪਦੀ ਹੈ ਨਾ ਬੰਦੇ ਦੀ, ਉਹਦੇ ਜਿਵੇਂ ਮੈਂ ਕਹਿੰਦਾ ਕਿ ਜਿੱਦਾਂ ਦੀ ਉਹਦੀ ਮਿੱਟੀ ਆ ਬੰਦੇ ਦੀ ਹੈ ਨਾ, ਜਿੱਦਾਂ ਦਾ ਉਹਦਾ ਸਿਸਟਮ ਹੈ ਜੀ, ਉਹਦੇ ਹਿਸਾਬ ਨਾਲ ਉਹਨੇ ਚੱਲਣਾ ਜੀ। ਘਟਨਾਵਾਂ ਬਹੁਤ ਆ, ਲੇਕਿਨ ਇੱਕ ਘਟਨਾ ਜਿਹੜੀ ਮੈਨੂੰ ਮਤਲਬ ਅੱਜ ਵੀ ਮੈਂ ਮਹਿਸੂਸ ਕਰਦਾ ਕਿ ਮੈਂ ਜਦੋਂ ਫਾਈਨ ਟੂਨ 'ਚ ਹੁੰਦਾ ਸੀ ਕੰਪਨੀ 'ਚ ਉੱਥੇ, ਤੇ ਮੇਰੇ ਨਾਲ ਦਿਲਜੀਤ ਦੋਸਾਂਝ, ਬਲਵੀਰ ਬੋਪਾਰਾਏ ਜੀ, ਕੁਲਵਿੰਦਰ ਢਿੱਲੋਂ ਜੀ, ਇੱਕ ਮੈਂ ਸੀ, 4 ਜਾਣੇ ਸੀ ਅਸੀਂ। ਤੇ ਸਾਰਿਆਂ ਦੀਆਂ ਟੇਪਾਂ ਹਿੱਟ ਸੀਗੀਆਂ, ਸਾਰਿਆਂ ਦੇ ਗਾਣੇ ਲੋਕਾਂ ਨੂੰ ਪਸੰਦ ਸੀ। ਦਿਲਜੀਤ ਦੇ ਗਾਣੇ ਵੀ ਪਸੰਦ ਸੀ, ਮੇਰੇ ਵੀ ਪਸੰਦ ਸੀ, ਕੁਲਵਿੰਦਰ ਦੇ ਵੀ ਪਸੰਦ ਸੀ। ਬਿਲਕੁਲ। ਤੇ ਉਦੋਂ ਇੱਕ ਵਾਰ ਮੈਨੂੰ ਯਾਦ ਆ ਕਿ ਸਾਡੀ ਕੰਪਨੀ 'ਚ ਇੱਕ ਵਾਰੀ ਪ੍ਰਮੋਟਰ ਆਏ ਅਮਰੀਕਾ ਤੋਂ ਜੀ। ਉਦੋਂ ਉਸ ਕੰਪਨੀ ਦਾ ਕਲਾਕਾਰ ਕੋਈ ਬਾਹਰ ਨਹੀਂ ਸੀ ਗਿਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਸਿੰਗਰ ਬਾਹਰ ਲੈ ਕੇ ਜਾਣੇ, ਤੁਸੀਂ ਸਾਨੂੰ ਇਹਨਾਂ ਦੀ ਇੱਕ ਵਾਰੀ ਪਰਫਾਰਮੈਂਸ ਦਿਖਾ ਦਿਓ ਜੀ। ਬਿਲਕੁਲ। ਤੇ ਉਹਨਾਂ ਦੀ ਪਰਫਾਰਮੈਂਸ ਦਿਖਾਉਣ ਲਈ ਮਤਲਬ ਇੱਕ ਪ੍ਰੋਗਰਾਮ ਰੱਖਿਆ ਉਹਨਾਂ ਨੇ ਜੀ, ਜਲੰਧਰ ਰੱਖਿਆ ਸੀ ਪ੍ਰੋਗਰਾਮ, ਮੈਨੂੰ ਯਾਦ ਆ। ਤੇ ਉੱਥੇ ਸਾਹਮਣੇ ਆਪਦੀ ਪ੍ਰੋਗਰਾਮ ਤੇ ਮੈਂ ਕੰਪਨੀ ਵਿੱਚ ਥੋੜਾ ਹਾਸ਼ੀਏ ਤੇ ਸੀਗਾ ਜੀ, ਕਿਉਂਕਿ ਕੰਪਨੀ ਨੂੰ ਥੋੜੇ ਲਿਸ਼ਕ ਪੁਸ਼ਕ ਵਾਲੇ ਆਰਟਿਸਟ ਜਿਹੜੇ ਹੁੰਦੇ ਆ ਵਧੀਆ ਲੱਗਦੇ ਹੁੰਦੇ ਆ, ਕਿਉਂਕਿ ਉਹਨਾਂ ਦੀ ਆਪਦੀ ਇੱਕ ਵਪਾਰੀਕਰਨ ਹੁੰਦਾ ਨਾ, ਵਪਾਰਕ ਸੋਚ ਹੁੰਦੀ ਆ। ਉਹ ਕੋਈ ਕਿਸੇ ਆਰਟਿਸਟ ਨਾਲ ਕੋਈ ਇਮੋਸ਼ਨਲ ਅਟੈਚਮੈਂਟ ਤਾਂ ਉਹਨਾਂ ਦੀ ਹੁੰਦੀ ਨਹੀਂ ਗੀ। ਉਦੋਂ ਤਾਂ ਲੱਗਦਾ ਸੀ, ਪਰ ਹੁਣ ਗੱਲਾਂ ਸਾਰੀਆਂ ਕਲੀਅਰ ਹੁੰਦੀਆਂ ਵੀ ਉਹ ਤਾਂ ਇੱਕ ਵਿਚਾਰੇ ਮਤਲਬ ਜਿਹੜੀ ਜਿੱਦਾਂ
ਉਹ ਹੁੰਦਾ ਨਾ ਕਿ ਜਿਹੜੀ ਗਾਂ ਦੁੱਧ ਦਿੰਦੀ ਆ ਉਹਨੂੰ ਪੱਠੇ ਪਾਉਣੇ ਆ ਨਾ, ਉਹਨੂੰ ਪੱਠੇ ਦੂਜੀ ਦਾ ਰੱਸਾ ਖੋਲ ਦਿੰਦੇ ਨੇ। ਜੀ ਜੀ। ਸੋ ਉਹਨਾਂ ਦੀ ਮਜਬੂਰੀ ਹੈ ਕਹਿ ਲਓ, ਜਾਂ ਉਹਨਾਂ ਕੋਲ ਇੰਨਾ ਹੌਸਲਾ ਨਹੀਂ ਹੁੰਦਾ ਜੀ ਵੀ ਉਹ ਉਸ ਗਾਂ ਨੂੰ ਵੀ ਪੱਠੇ ਪਾ ਸਕਣ ਜਿਹੜੀ ਦੁੱਧ ਨਹੀਂ ਦਿੰਦੀ। ਸੋ ਮੈਂ ਮਤਲਬ ਹਾਸ਼ੀਏ 'ਤੇ ਸੀਗਾ, ਮੈਨੂੰ ਪ੍ਰੋਗਰਾਮ ਬਾਰੇ ਕੋਈ ਅਗਾਊਂ ਸੂਚਨਾ ਨਹੀਂ ਸੀ, ਤੇ ਮੈਂ ਬਾਈ ਚਾਂਸ ਉੱਥੇ ਚਲਿਆ ਗਿਆ। ਤੇ ਜਦੋਂ ਮੈਨੂੰ ਕਹਿੰਦੇ ਚੱਲ ਤੂੰ ਵੀ ਨਾਲ ਚੱਲ ਵੜ। ਹੁਣ ਬਾਕੀ ਸਾਰੇ ਕਲਾਕਾਰ ਜਿਹੜੇ ਸੀ ਉਹ ਵੈਲ ਡਰੈਸਡ ਹੋ ਕੇ, ਲਿਸ਼ਕ ਕੇ, ਪੁੱਛ ਕੇ, ਵਿਚਾਰੇ ਕਰੀਮਾ ਕਰੂਮਾ ਲਾ ਕੇ ਮੂੰਹ 'ਤੇ ਬੈਠੇ ਸੀਗੇ। ਮੈਂ ਜਿੱਦਾਂ ਸੀ, ਮੈਂ ਕਿਹਾ ਚਲੋ ਮੈਨੂੰ ਤਾਂ ਐਂ ਸੀ, ਮੈਂ ਕਿਹਾ ਵੀ ਗਾ ਦਿੰਦੇ ਕੀ ਫਰਕ ਪੈਂਦਾ। ਉੱਥੇ ਮੈਂ ਪਰਫੋਰਮ ਕੀਤਾ। ਹੁਣ ਮੈਨੂੰ ਇਹ ਗੱਲ ਜਿਹੜਾ ਸਾਡੀ ਕੰਪਨੀ ਦਾ ਓਨਰ ਸੀ ਰਜਿੰਦਰ ਸਿੰਘ, ਉਹਨੇ ਮੈਨੂੰ ਦੱਸੀ ਇਹ ਵੀ, ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿਹੜਾ ਕਲਾਕਾਰ ਸਾਡਾ ਸਿਲੈਕਟ ਕੀਤਾ। ਉਹ ਕਹਿੰਦੇ ਵੀ ਸਾਨੂੰ ਉਹ ਮੁੰਡਾ ਜਿਹੜਾ ਤੁਹਾਡਾ GS ਪੀਟਰ ਹੈ ਉਹ ਜ਼ਿਆਦਾ ਵਧੀਆ ਲੱਗਿਆ। ਸੋ ਇਹ ਇੱਕ ਮੈਨੂੰ ਉਦੋਂ ਇੱਦਾਂ ਲੱਗਿਆ ਵੀ ਸ਼ਾਇਦ ਮੈਂ ਬਿਹਤਰ ਪਰਫੋਰਮ ਕਰਦਾ ਸਟੇਜ 'ਤੇ। ਮਤਲਬ ਉਹ ਗੱਲ ਜਿਹੜੀ ਸੀਗੀ ਉਹ ਇੱਕ ਮੇਰੇ ਲਈ ਤਾਂ ਉਹ ਬਾਹਰ ਜਾਣ ਵਾਲਾ ਕੰਮ ਹੀ ਹੋ ਗਿਆ ਸੀਗਾ ਵੀ ਇਹ ਕੰਪਲੀਮੈਂਟ ਜਿਹੜਾ ਹੈਗਾ ਇਹ ਜ਼ਿਆਦਾ ਵੱਡਾ, ਕਿਉਂਕਿ ਮੈਂ ਤੁਸੀਂ ਬਿਲਕੁਲ ਜੇ ਕਿਸੇ ਨਾਲ, ਜੇ ਤੁਸੀਂ ਹੁਣ ਜਿਹੜੇ ਬੰਦੇ ਕੋਲੇ ਬੰਦੂਕ ਫੜੀ ਆ ਉਹਦੇ ਨਾਲ ਤੁਸੀਂ ਗਲੇਲ ਨਾਲ ਉਹਦੇ ਨਾਲ ਲੜ ਜਾਓ, ਬਿਲਕੁਲ ਤੁਹਾਡੀ ਪ੍ਰਾਪਤੀ ਹੁੰਦੀ ਜੀ। ਸੋ ਇਹ ਘਟਨਾ ਜਿਹੜੀ ਹੈ ਮੈਨੂੰ ਬੜੀ ਹੌਸਲਾ ਵਧਾਉਂਦੀ ਹੈ ਮੇਰਾ, ਤੇ ਆਪਦੇ ਆਪ 'ਚ ਕੌਨਫੀਡੈਂਸ ਲੈ ਕੇ ਆਉਂਦੀ ਆ ਵੀ ਮੈਂ ਵੀ ਯਾਰ ਵਧੀਆ ਪਰਫੋਰਮ ਕਰਨਾ। ਬਿਲਕੁਲ। ਤੇ GS ਪੀਟਰ ਜੀ ਆਪਾਂ ਗੱਲ ਕਰੀਏ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਜਾਂ ਨਵੇਂ ਗਾ ਰਹੇ, ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਨੇ? ਇਹ ਸੰਦੇਸ਼ ਤਾਂ ਨਹੀਂ, ਨਾ ਕੋਈ ਸੰਦੇਸ਼ ਲੈਣਾ ਚਾਹੂੰਗਾ ਮੇਰਾ, ਨਾ ਮੈਂ ਦੇਣਾ ਚਾਹੁੰਦਾ। ਦੇਖੋ ਤਬਦੀਲੀ ਤਾਂ ਜਿਹੜੀ ਹੈ ਉਹ ਆਉਣੀ ਹੈ ਜੀ, ਠੀਕ ਹੈ ਨਾ। ਇਹਨੂੰ ਨਾ ਤਾਂ ਮੈਂ ਬਦਲ ਸਕਦਾ, ਨਾ ਤੁਸੀਂ ਬਦਲ ਸਕਦੇ ਹੋ ਜੀ, ਪਰ ਡੇ ਬਾਈ ਡੇ ਹਰ ਜਨਰੇਸ਼ਨ ਜਿਹੜੀ ਅੱਗੇ ਹੁੰਦੀ ਉਹਦੇ ਵਿੱਚ ਇੱਕ ਸਾਡੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਰ ਰਹੀਆਂ ਨੇ, ਹੈ ਨਾ। ਜਿੱਦਾਂ ਸਾਡੇ ਬਜ਼ੁਰਗ ਸੀਗੇ, ਉਹਨਾਂ ਵਿੱਚ ਸਬਰ ਸੰਤੋਖ ਜ਼ਿਆਦਾ ਸੀ, ਉਹਨਾਂ ਅੰਦਰ ਉਹਨਾਂ ਦੀ ਜ਼ਿੰਦਗੀ ਸਿੰਪਲ ਸੀ ਤੇ ਸ਼ਾਂਤ ਸੀ, ਹੈ ਨਾ। ਬਿਲਕੁਲ ਜੀ। ਤੇ ਇੱਕ ਮਜ਼ਬੂਤੀ ਸੀ ਰਿਸ਼ਤਿਆਂ ਅੰਦਰ ਵੀ, ਹੈ ਨਾ ਜੀ। ਫਿਰ ਸਾਡੀ ਜਨਰੇਸ਼ਨ ਆਈ ਤਾਂ ਉਹਦੇ 'ਚੋਂ ਕੁਛ ਚੀਜ਼ਾਂ ਮਾਈਨਸ ਹੋ ਗਈਆਂ, ਹੈ ਨਾ, ਉਹ ਚੀਜ਼ਾਂ ਚਲੀਆਂ ਗਈਆਂ। ਫਿਰ ਜਿਹੜੀ ਗਾਂ ਵਾਲੀ ਜਨਰੇਸ਼ਨ ਆ ਰਹੀ ਹੈ ਉਹਨਾਂ 'ਚ ਹੋਰ ਚੀਜ਼ਾਂ ਮਾਈਨਸ ਹੋ ਗਈ। ਡੇ ਬਾਈ ਡੇ ਸਾਡਾ ਜਿਹੜਾ ਮਨੁੱਖ ਦੀ ਇੱਕ ਬੇਸਿਕ ਪ੍ਰਵਿਰਤੀ ਹੈ ਜਿਹੜੀ, ਉਹਦੇ 'ਚੋਂ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹ ਥੋੜ੍ਹੀ ਹੌਲੀ ਕਰਕੇ ਨਿਕਲ ਰਹੀਆਂ, ਵਾਸ਼ ਆਊਟ ਹੋ ਰਹੀਆਂ। ਬਿਲਕੁਲ ਜੀ। ਤੇ ਉਹਨੂੰ ਬਚਾਇਆ ਜਾ ਸਕੇ ਜੀ ਉਹਦੇ ਵਿੱਚ, ਕਿਉਂਕਿ ਜਿਹੜੀਆਂ ਬੇਸਿਕਲੀ ਮਿਊਜ਼ਿਕ ਦੀਆਂ ਸਾਊਂਡਸ ਨੇ, ਜਿਹੜੇ ਸੰਗੀਤ ਦੀਆਂ ਸਾਊਂਡਸ ਨੇ, ਉਹਨਾਂ ਨੂੰ ਉਹਦੇ ਵਿੱਚ ਵੀ ਹੋਰ ਤਰ੍ਹਾਂ ਦੀਆਂ ਸਾਊਂਡਸ ਐਂਟਰ ਹੋ ਗਈਆਂ ਜੀ, ਜਿਹੜੀਆਂ ਕਹਿ ਲਓ ਵੀ ਜਿਹੜੀਆਂ ਤੁਹਾਨੂੰ ਇਰੀਟੇਟ ਕਰਦੀਆਂ ਜੀ। ਜਿਵੇਂ ਤੁਸੀਂ ਕਿਸੇ ਵੀਡੀਓ ਗੇਮ ਦੀ ਜਿਹੜੀ ਬੈਕਗਰਾਊਂਡ ਸਾਊਂਡ ਚੱਲਦੀ ਹੈ ਨਾ, ਉਹ ਤੁਹਾਨੂੰ ਇਰੀਟੇਟ ਕਰਦੀ ਹੈ ਬੇਸਿਕਲੀ, ਤੁਹਾਡੇ ਦਿਮਾਗ ਨੂੰ ਇੱਕ ਤੁਹਾਡੇ ਅੰਦਰ ਖਲਲ ਪੈਦਾ ਕਰਦੀ ਹੈ ਨਾ ਜੀ। ਤੇ ਜੇ ਤੁਸੀਂ ਕੋਈ ਸ਼ੁੱਧ ਰਾਗ ਜਾਂ ਸ਼ੁੱਧ ਰਾਗ ਦੇ ਵਿੱਚ ਕੋਈ ਗੁਰਬਾਣੀ ਦਾ ਸ਼ਬਦ ਸੁਣੋ ਤਾਂ ਤੁਹਾਨੂੰ ਟਿਕਾਊ ਦੀ ਅਵਸਥਾ ਵਿੱਚ, ਇੱਕ ਸਕੂਨ ਦੀ ਅਵਸਥਾ ਵਿੱਚ ਲੈ ਜਾਂਦਾ ਜੀ। ਸੋ ਜਿਹੜੀ ਉਹ ਸਾਊਂਡਸ ਮਾਈਨਸ ਹੋ ਰਹੀਆਂ ਹੁਣ, ਈਵਨ ਦੇਖੋ ਤੁਸੀਂ ਕਿ ਗੁਰਬਾਣੀ ਦੇ ਵਿੱਚ ਵੀ ਆਪਦੇ ਆਪ ਨੂੰ ਕਮਰਸ਼ੀਅਲ ਕਰਨ ਲਈ ਕਈ ਰਾਗੀਆਂ ਨੇ ਮਾਡਰਨ ਉਹਦਾ ਮਿਊਜ਼ਿਕ ਟ੍ਰੀਟਮੈਂਟ ਕੀਤਾ ਜੀ, ਪਰ ਉਸ ਮਾਡਰਨ ਕਰਨ ਦੇ ਚੱਕਰ ਵਿੱਚ ਜਿਹੜੀ ਉਹਦੀ ਰੂਹ ਹੈ ਬੇਸਿਕਲੀ ਉਹ ਕਿਤੇ ਨਾ ਕਿਤੇ ਮਰ ਜਾਂਦੀ ਹੈ ਜੀ। ਤੇ ਜੇ ਸਾਊਂਡਸ ਅੱਛੀਆਂ ਖਤਮ ਹੋ ਜਾਣਗੀਆਂ ਤਾਂ ਫਿਰ ਇੱਕ ਇਰੀਟੇਸ਼ਨ ਹੋਏਗੀ, ਇੱਕ ਖਲਲ ਪੈਦਾ ਹੋਏਗਾ, ਇੱਕ ਭਟਕਣਾ ਪੈਦਾ ਹੋਊਗੀ। ਤੇ ਉਸ ਭਟਕਣਾ ਦੇ ਵਿੱਚੋਂ ਅਸੀਂ ਕੀ ਕੱਢ ਪਾਵਾਂਗੇ ਜੀ? ਦਿਨ ਬ ਦਿਨ ਅਸੀਂ ਦੇਖਦੇ ਹਾਂ ਕਿ ਨਵੀਂ ਜਨਰੇਸ਼ਨ ਦੇ ਨਿੱਕੀ ਨਿੱਕੀ ਗੱਲ 'ਤੇ ਝਗੜੇ, ਨਿੱਕੀ ਨਿੱਕੀ ਗੱਲ 'ਤੇ ਫਿਰ ਉਦੋਂ ਬਾਅਦ ਛੋਟੀਆਂ ਛੋਟੀਆਂ ਗੱਲਾਂ 'ਤੇ ਉਹਨਾਂ ਦੇ ਅੰਦਰ ਉਹ ਚੀਜ਼ਾਂ ਪੈਦਾ ਹੁੰਦੀਆਂ ਜੀ। ਸੋ ਮੈਨੂੰ ਇਹ ਲੱਗਦਾ ਕਿ ਉਹ ਸਾਰਾ ਕੁਛ ਅੱਛੀਆਂ ਸਾਊਂਡਸ ਦੇ ਮਰ ਜਾਣ ਨਾਲ ਹੋਇਆ ਜੀ। ਤੇ ਉਹਨੂੰ ਬਚਾ ਕੌਣ ਸਕਦਾ? ਹੁਣ ਇਹ ਵੀ ਮੈਂ ਸਮਝਦਾ ਵੀ ਜਿਹੜੇ ਬੰਦੇ ਇਸ ਗੱਲ ਨੂੰ ਸਮਝਦੇ ਹੋਣਗੇ, ਬਿਲਕੁਲ ਜੀ, ਜਿਹੜੇ ਬੰਦੇ ਜਿੰਨਾ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਕਿ ਕਈ ਬੰਦੇ ਜਾਣ ਕੇ ਨਹੀਂ ਕਰ ਰਹੇ ਹੁੰਦੇ ਜੀ, ਉਹਨਾਂ ਨੂੰ ਉਸ ਗੱਲ ਦੀ ਸਮਝ ਹੀ ਨਹੀਂ ਹੁੰਦੀ ਜੀ। ਸੋ ਜਿਨ੍ਹਾਂ ਨੂੰ ਸਮਝ ਹੈ ਜੀ ਉਹ ਕੋਸ਼ਿਸ਼ ਕਰ ਲੈਣ, ਉਹ ਅੱਛੀਆਂ ਸਾਊਂਡਸ ਨੂੰ ਬਚਾ ਲੈਣ। ਬਿਲਕੁਲ। ਤੇ ਮੇਰੀ ਵੀ ਕੋਸ਼ਿਸ਼ ਇਹੀ ਹੋਊਗੀ ਵੀ ਜਿਹੜੇ ਹੁਣ ਗਾਣੇ ਅਸੀਂ ਕਰੀਏ ਉਹਨਾਂ ਵਿੱਚ ਅਸੀਂ ਪੈਰਲਲ ਕੰਟੈਂਟ ਸਾਡੇ ਕੋਲੇ ਪਿਆ ਹੋਵੇ ਜੀ। ਮੰਨ ਲਓ YouTube ਜਾਂ ਇੱਕ ਪੂਰੀ ਇੰਡਸਟਰੀ ਇਹ ਇੱਕ ਸੈਲਫ ਆ ਜੀ, ਇੱਕ ਅਲਮਾਰੀ ਆ, ਤੇ ਇਸ ਅਲਮਾਰੀ ਵਿੱਚ ਬਹੁਤ ਤਰ੍ਹਾਂ ਦਾ ਮਟੀਰੀਅਲ ਪਿਆ। ਬਿਲਕੁਲ ਜੀ। ਜੇ ਮੰਨ ਲਓ ਉਹਦੇ ਵਿੱਚ ਚੰਗਾ ਖਾਣਾ ਕੱਢ ਕੇ, ਚੰਗੀਆਂ ਚੀਜ਼ਾਂ ਕੱਢ ਕੇ ਸਿਰਫ ਮਾੜੀਆਂ ਚੀਜ਼ਾਂ ਟਿਕਾ ਦਿੱਤੀਆਂ ਜਾਣ ਤਾਂ ਜਦੋਂ ਕੋਈ ਬਾਰੀ ਬੰਦਾ ਖੋਲੂਗਾ, ਉਹ ਓਪਨ ਕਰੂਗਾ ਤੇ ਉਹਦੇ ਕੋਲ ਦੂਜੀ ਆਪਸ਼ਨ ਹੀ ਨਹੀਂ ਹੋਣੀ, ਕਿਉਂਕਿ ਉਸ ਸਾਹਮਣੇ ਕੰਟੈਂਟ ਸਾਰਾ ਉਹੀ ਪਿਆ ਹੋਣਾ ਜੀ।
ਸੋ ਮੈਂ ਚਾਹੁੰਦਾ ਕਿ ਜਿੱਥੇ ਇੰਨਾ ਕੁਝ ਦੂਜਾ ਪਿਆ ਜੀ ਉੱਥੇ ਕਿਤੇ ਨਾ ਕਿਤੇ ਨਾਲ ਚੰਗਾ ਵੀ ਰੱਖ ਦਿਓ, ਬਿਲਕੁਲ, ਤਾਂ ਜੋ ਬਹੁਤ ਐਟਲੀਸਟ ਜਿਹੜਾ ਚੰਗਾ ਬੰਦਾ ਉਹਦੇ ਕੋਲ ਤਾਂ ਚੰਗੀ ਚੋਇਸ ਹੋਵੇ, ਬਿਲਕੁਲ ਬਹੁਤ ਵਧੀਆ ਸੋਚ ਹੈ ਉਹ ਤਾਂ ਚੰਗਾ ਚੱਕ ਸਕੇ। ਜਦੋਂ ਅਸੀਂ ਗਲਤ ਚੀਜ਼ ਦੇ ਖਿਲਾਫ ਬੋਲਦੇ ਨਹੀਂ ਜੀ ਤੇ ਅਸੀਂ ਗਲਤ ਨੂੰ ਗਲਤ ਨਹੀਂ ਕਹਿੰਦੇ, ਜੀ ਅਸੀਂ ਗਲਤ ਨੂੰ ਵੀ ਸਹੀ ਕਹਿ ਕੇ ਮੰਨੀ ਜਾਂਦੇ ਆ, ਜੀ ਤਾਂ ਫਿਰ ਮੈਨੂੰ ਨਹੀਂ ਲੱਗਦਾ ਵੀ ਸਹੀ ਬੰਦੇ ਕੋਲੇ ਕੋਈ ਚੋਇਸ ਬਚਦੀ। ਚੋਇਸ ਬਾਜੀ ਠੀਕ ਹੈ, ਉਹਦੇ ਨਾਲ ਕੋਈ ਤਾਂ ਮੈਟਰ ਹੋਵੇ ਨਾ ਜਿੱਥੇ ਵੀ ਉਹਦੀ ਉਸ ਚੀਜ਼ ਨੂੰ ਕਰਨ ਵਾਲਾ ਕਹਿਣ ਵਾਲਾ ਵੀ ਹਾਂ ਵੀ ਇਹ ਗੱਲ ਇਦਾਂ ਹੋ ਸਕਦੀ ਆ, ਤੇ ਵੱਧ ਤੋਂ ਵੱਧ ਉਹ ਕੰਟੈਂਟ ਦੇਣਾ ਚਾਹੀਦਾ। ਚੰਗੇ ਬੰਦੇ ਵੀ ਲੱਗਣ, ਉਹ ਵੀ ਆਪਦਾ ਕਰਨ। ਕੁਝ ਗਾਣੇ ਆ, ਮੈਂ ਪਿਛਲੇ ਦਿਨੀ ਹਰਭਜਨ ਮਾਨ ਦਾ ਇੱਕ ਦਿਨ ਲਾਈਵ ਦੇਖ ਰਿਹਾ ਸੀ ਫੇਸਬੁੱਕ ਤੇ, ਉਹ ਕਹਿੰਦਾ ਕਿ ਮੈਂ ਹੁਣ ਆਪਣੇ ਸਟਾਈਲ ਦੇ ਗਾਣੇ ਕਰੂੰਗਾ, ਜਿਵੇਂ ਦਾ ਹੁਣ ਕਵਿਸ਼ਰੀ ਆਈ ਹੈ ਲੇਟੈਸਟ, ਮੈਨੂੰ ਵਧੀਆ ਸਟੈਪ ਲੱਗਾ ਕਿ ਠੀਕ ਆ, ਉਹਨੂੰ ਉਹਦੇ ਵਿਊਅਰ ਘੱਟ ਹੋਣਗੇ, ਉਹਦੇ ਦੇਖਣ ਵਾਲੇ ਕੋਲ ਲਾਈਕਸ ਘੱਟ ਹੋਣਗੇ, ਉੱਥੇ ਉਹਦੀ ਚਰਚਾ ਘੱਟ ਹੋਏਗੀ, ਨੋ ਮੈਟਰ, ਤੁਸੀਂ ਆਪਣਾ ਕੰਮ ਕਰੋ ਔਰ ਜੋ ਤੁਸੀਂ ਕਰ ਰਹੇ ਹੋ ਉਹੀ ਕਰੋ। ਇੱਕ ਮੈਂ ਤੁਹਾਨੂੰ ਹੋਰ ਬੜੀ ਵਧੀਆ ਐਗਜ਼ਾਮਪਲ ਦਿੰਦਾ ਕਿ ਮੰਨ ਲਓ ਸ਼ਾਹਰੁਖ ਖਾਨ ਜੀ, ਸ਼ਾਹਰੁਖ ਖਾਨ ਦੀ ਇੱਕ ਫਿਲਮ ਰਿਲੀਜ਼ ਹੁੰਦੀ ਹੈ ਦਿਲ ਵਾਲੇ ਦੁਨੀਆ ਲੈ ਜਾਏ ਜੀ, ਉਹਦੀ ਟਿਕਟ ਬਲੈਕ 'ਚ ਵਿਕਦੀ ਜੀ, ਟਿਕਟਾਂ ਵਿਕ ਰਹੀਆਂ ਸਿਨੇਮੇ ਮੂਹਰੇ ਰਸ਼ ਆ, ਲੋਕੀ ਖੋ ਰਹੇ ਟਿਕਟਾਂ। ਬਿਲਕੁਲ ਜੀ। ਇੱਕ ਦੂਜੇ ਪਾਸੇ ਇਰਫਾਨ ਖਾਨ ਜੀ, ਜਿਹੜੇ ਹੁਣ ਜਿਨ੍ਹਾਂ ਦੀ ਪਿੱਛੇ ਜਿਹੀ ਡੈਥ ਹੋਈ ਹੈ, ਉਹਦੀ ਫਿਲਮ ਰਿਲੀਜ਼ ਹੁੰਦੀ ਹੈ ਪਾਨ ਸਿੰਘ ਤੋਮਰ, ਉੱਥੇ ਥੀਏਟਰ ਖਾਲੀ ਹੈ ਜੀ, 10 ਬੰਦੇ ਬੈਠੇ ਜਾਂ 20 ਬੰਦੇ ਬੈਠੇ ਜੀ, ਪਰ ਦੇਖੋ ਫਿਲਮ ਤਾਂ ਉਹਨਾਂ ਨੇ ਫਿਰ ਵੀ ਬਣਾਈ। ਬਿਲਕੁਲ। ਇਰਫਾਨ ਖਾਨ ਨੇ ਫਿਰ ਵੀ ਉਹਦੇ 'ਚ ਕੰਮ ਕੀਤਾ। ਬਿਲਕੁਲ ਠੀਕ ਆ ਕਿ ਜਿੰਨੀ ਪ੍ਰਸਿੱਧੀ, ਮੈਂ ਐਗਜ਼ਾਮਪਲ ਦੇ ਰਿਹਾ, ਮੈਂ ਕੋਈ ਪਾਰਟਿਕੂਲਰ ਗੱਲ ਨਹੀਂ ਕਰ ਰਿਹਾ, ਕਿਸੇ ਉਦਾਹਰਨ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਜਿੰਨੀ ਪ੍ਰਸਿੱਧੀ ਇੱਕ ਮੂਵੀ ਤੋਂ ਮਿਲੀ ਜੀ, ਉਹਨੂੰ ਹੋ ਸਕਦਾ ਉਹਦੇ ਮੁਕਾਬਲੇ 10 ਫਿਲਮਾਂ ਕਰਨੀਆਂ ਪਈਆਂ। ਬਿਲਕੁਲ ਜੀ। ਉਹਦੀ ਇੱਕ ਮੂਵੀ ਦੇ ਬਲਾਵੇ ਉਹਨੂੰ 10 ਫਿਲਮਾਂ ਕਰਨੀਆਂ ਪਈਆਂ ਹੋਣ, ਪਰ ਅੰਤ ਨੂੰ ਰਿਜ਼ਲਟ ਕੀ ਨਿਕਲਿਆ, ਉਹਦੇ ਲਗਾਤਾਰ ਕੰਮ ਕਰਨ ਦਾ ਕਰੇ ਜਾਣ ਦਾ ਰਿਜ਼ਲਟ ਕੀ ਨਿਕਲਿਆ ਕਿ ਲੋਕੀ ਕਹਿੰਦੇ ਕਿ ਨਹੀਂ, ਇਰਫਾਨ ਖਾਨ ਜਿਹੜਾ ਹੈ ਉਹ ਸ਼ਾਹਰੁਖ ਖਾਨ ਤੋਂ ਬਿਹਤਰੀਨ ਹੈ। ਬਿਲਕੁਲ। ਉਹਦੇ ਲਈ ਸਾਨੂੰ ਇਸ ਕਰਕੇ ਸਾਨੂੰ ਇੱਕ ਚੀਜ਼ ਨੂੰ, ਇੱਕ ਮਾੜੀ ਚੀਜ਼ ਨੂੰ ਉਹਨੂੰ ਕਵਰ ਕਰਨ ਲਈ ਹੋ ਸਕਦਾ ਸਾਨੂੰ 10 ਚੰਗੀਆਂ ਚੀਜ਼ਾਂ ਕਰਨੀਆਂ। ਬਿਲਕੁਲ। ਠੀਕ ਹੈ ਨਾ, ਹੋ ਸਕਦਾ ਜੇ ਸਾਡੇ ਕੋਲੇ 20 ਬੰਦੇ ਝੂਠ ਬੋਲ ਰਹੇ ਆ ਤੇ ਇੱਕ ਬੰਦੇ ਨੂੰ ਸੱਚ 100 ਵਾਰ ਬੋਲਣਾ, ਪਰ ਉਹਦਾ ਅਸਰ ਹੋਏਗਾ, ਉਹਦਾ ਅਸਰ ਪਏਗਾ, ਉਹਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਉਹਦਾ ਰਿਜ਼ਲਟ ਨਿਕਲੇਗਾ। ਜਿੱਤ ਸੱਚਾਈ ਦੀ ਹੋਣੀ ਹੈ ਅਖੀਰ ਜੀ, ਜਿੱਤ ਹੋਵੇ ਚਾਹੇ ਨਾ। ਬਿਲਕੁਲ ਜੀ। ਜਿੱਤ, ਕਿਉਂਕਿ ਜਿੱਤ ਹਾਰ ਕੋਈ ਮੈਟਰ ਨਹੀਂ, ਕਿਉਂਕਿ ਕਦੇ ਵੀ ਇਦਾਂ ਨਹੀਂ ਹੋਇਆ ਵੀ ਇੱਕ ਸਿਸਟਮ ਨਿਬੜ ਗਿਆ, ਚੱਲਦਾ ਰਹਿਣਾ। ਇੱਕ ਕਿਤੇ ਸੱਚਾਈ ਜਿੱਤ ਗਈ ਤੇ ਉਹ ਫਿਰ ਇੱਕ ਅਗਲਾ ਚੈਪਟਰ ਚੱਲ ਪਿਆ। ਪਰ ਨਾਲ ਇਹ ਹੈ ਕਿ ਇੱਕ ਆਪਸ਼ਨ ਪੈਰਲਲ ਰਹਿਣੀ ਚਾਹੀਦੀ ਹੈ, ਸਾਡੇ ਕੋਲ ਕੋਈ ਆਪਸ਼ਨ ਤਾਂ ਹੋਵੇ। ਕਈ ਬੰਦੇ ਆਪਸ਼ਨ ਤੋਂ ਕਿਨਾਰਾ ਕਰ ਜਾਂਦੇ ਵੀ ਨਹੀਂ ਜੀ ਅਸੀਂ ਕੀ ਕਰ ਸਕਦੇ ਹਾਂ ਜੀ, ਹੁਣ ਚੱਲਦਾ ਨਹੀਂ ਹੈ, ਅਸੀਂ ਕੀ ਕਰ ਲਈਏ ਜੀ, ਕੁਝ ਕਰਦੇ ਨਹੀਂ, ਤੇ ਫਿਰ ਦੂਜੇ ਵਾਂਗੂ ਫੇਮਸ ਹੋਣ ਦੀ ਕੋਸ਼ਿਸ਼ ਕਰਦੇ ਆ। ਮੈਂ ਹੋ ਸਕਦਾ ਮੇਰੀ ਸੋਚ ਤੇ ਨਵੇਂ ਮੁੰਡੇ ਦੀ ਸੋਚ 'ਚ ਫਰਕ ਹੋਵੇ, ਕਿਉਂਕਿ ਉਹਨਾਂ ਨੇ ਸ਼ਾਇਦ ਉਹ ਵਿਚਾਰੇ ਨੇ, ਮੈਂ ਵੀ ਇਦਾਂ ਹੀ ਸੋਚਦਾ ਸੀਗਾ ਪਹਿਲਾਂ, ਤੁਹਾਨੂੰ ਦੱਸ ਕੇ ਆਣਾ, ਜਿਹੜੇ ਪਹਿਲੇ ਗਾਣੇ ਬਣਾਏ ਆ ਉਹ ਮਾਰਕੀਟ ਦੇ ਹਿਸਾਬ ਨਾਲ ਬਣਾਏ, ਪਰ ਜਦੋਂ ਸਮਝ ਆ ਜਾਂਦੀ ਹੈ, ਜਦੋਂ ਤੁਸੀਂ ਉਹ ਲੈਵਲ ਕ੍ਰਾਸ ਕਰ ਜਾਂਦੇ ਹੋ, ਤੁਹਾਡਾ ਬ੍ਰੇਨ ਇੱਕ ਐਸੀ ਸਥਿਤੀ ਤੇ ਪਹੁੰਚ ਜਾਂਦਾ ਤੇ ਉਦੋਂ ਤੁਸੀਂ ਉਹਨੂੰ ਕਰ ਸਕਦੇ ਹੋ ਬੜੇ। ਬਿਲਕੁਲ ਜੀ। ਤੇ ਹੁਣ ਜਿਸ ਪੀਟਰ ਜੀ ਆਪਾਂ ਜਾਂਦੇ ਕੋਈ ਜਿਹੜਾ ਤੁਹਾਡੇ ਮਨ ਨੂੰ ਵਧੀਆ ਗੀਤ ਲੱਗਦਾ ਤੁਹਾਡਾ ਆਪਦਾ, ਤੁਸੀਂ ਉਹ ਦਰਸ਼ਕਾਂ ਨੂੰ 2 ਬੋਲ ਸਾਂਝੇ ਕਰੋ। ਹਾਂਜੀ, ਬਹੁਤ ਸਾਰੇ ਗਾਣੇ ਦਿਮਾਗ 'ਚ ਆਉਂਦੇ ਆ, ਮਤਲਬ ਮੈਂ ਪੰਜਾਬੀ ਗਜ਼ਲਾਂ ਵੀ ਗਾਉਣਾ ਜੀ। ਮੈਂ ਤੁਹਾਨੂੰ ਉਹ ਰਿਕਾਰਡ ਨਹੀਂ ਕੀਤੀਆਂ, ਇੱਕ ਮੈਂ ਰਿਕਾਰਡ ਕੀਤੀ ਸੀਗੀ, ਮੇਰੇ YouTube ਚੈਨਲ ਤੇ ਪਈ ਆ ਜੀ, ਡਾਕਟਰ ਸਰੀਰ ਪਾਤਰ ਦੀ ਗਜ਼ਲ ਜੀ। ਮੈਂ ਤੁਹਾਨੂੰ ਉਹਦੇ 1-2 ਸ਼ੇਅਰ ਜੀ ਹਾਂ ਗਜ਼ਲ ਕਰੋ। ਮੈਂ ਸੁਣਾ ਜੇ ਰਾਤ ਖਾਮੋਸ਼ ਨੂੰ, ਮੇਰੇ ਦਿਲ 'ਚ ਕੋਈ ਦੁਆ ਕਰੇ, ਇਹ ਜ਼ਮੀਨ ਹੋਵੇ ਸੁਰਾਂਗਲੀ ਤੇ ਦਰਖਤ ਹੋਵਨ ਹਰੇ ਭਰੇ, ਮੈਂ ਸੁਣਾ ਜੇ ਰਾਤ ਖਾਮੋਸ਼ ਨੂੰ, ਮੇਰੇ ਦਿਲ 'ਚ ਕੋਈ ਦੁਆ ਕਰੇ, ਇੱਥੇ ਕੁੱਲ ਪਰਿੰਦੇ ਹੀ ਉੜ
ਇੱਥੇ ਮੇਘ ਆਉਂਦੇ ਵੀ ਮੁੜ ਗਏ, ਇੱਥੇ ਕਰਨ ਅੱਜ ਕੱਲ ਬਿਰਖ ਵੀ ਕਿਤੇ ਹੋਰ ਜਾਣ ਦੇ ਮਸ਼ਵਰੇ। ਹੁਣ ਚੀਰ ਹੁੰਦਿਆਂ ਵੀ ਚੁੱਪ ਰਵੇ, ਹੁਣ ਆਰਿਆਂ ਨੂੰ ਵੀ ਛਾਂ ਦਵੇ। ਉਹ ਜੋ ਆਖਦਾ ਸੀ ਮੈਂ ਬਿਰਖ ਹਾਂ, ਹੁਣ ਵਕਤ ਆਇਆ ਹੈ ਸਿੱਧ ਕਰੇ। ਮੈਂ ਸੁਣਾ ਜੇ ਰਾਤ ਖਾਮੋਸ਼ ਨੂੰ, ਮੇਰੇ ਦਿਲ 'ਚ ਕੋਈ ਦੁਆ ਕਰੇ। ਮੈਂ ਛੱਡ ਕੇ ਤੀਰ ਕਮਾਨ ਚੋਂ, ਰਤ ਸਿਮ ਦੀ ਵੇਖਾਂ ਨਿਸ਼ਾਨ ਚੋਂ, ਤਾਂ ਦੁਆਏ ਨਿਕਲੇ ਜ਼ੁਬਾਨ ਚੋਂ। ਮੇਰਾ ਤੀਰ ਡਿੱਗ ਪਏ ਉਰੇ ਪਰੇ। ਇੱਕ ਬਹੁਤ ਬੜਾ ਖੂਬਸੂਰਤ ਸ਼ੇਰ ਹੈ। ਇੱਕ ਲਫ਼ਜ਼ਾਂ ਦੇ ਸਾਕ ਵਿੱਚ ਦੇਖੋ, ਜਿੱਦਾਂ ਮੈਂ ਥੋੜਾ ਆਪਣੇ ਕੋਲ ਟਾਈਮ ਹੈ, ਕੋਈ ਗੱਲ ਨਹੀਂ ਜੀ, ਕਰੋ ਖੁੱਲਾ। ਔਰ ਜਿੱਦਾਂ ਇੱਕ ਵਾਕ ਹੁੰਦਾ ਨਾ, ਭਾਸ਼ਾ ਦੀ ਇਕਾਈ ਹੈ ਵਾਕ ਜੀ, ਤੇ ਵਾਕ ਦੇ ਅੰਦਰ ਸ਼ਬਦਾਂ ਦਾ ਇੱਕ ਸਮੂਹ ਆ ਜੀ। ਇੱਕ ਕਰਤਾ ਹੈ, ਕੋਈ ਕਰਮ ਹੈ, ਕੋਈ ਕਿਰਿਆ ਹੈ, ਕੋਈ ਵਿਸ਼ੇਸ਼ਣ ਹੈ, ਕੋਈ ਕਿਰਿਆ ਵਿਸ਼ੇਸ਼ਣ ਹੈ, ਤੇ ਉਹ ਸਾਰੇ ਸ਼ਬਦ ਆ ਜਿਹੜੇ ਆਪਸ ਵਿੱਚ ਰਿਸ਼ਤੇਦਾਰੀ ਰੱਖਦੇ ਆ, ਸੰਬੰਧ ਰੱਖਦੇ ਆ, ਤੇ ਉਹਨਾਂ ਸੰਬੰਧਾਂ ਤੋਂ ਬਾਅਦ ਇੱਕ ਵਾਕ ਬਣਦਾ, ਤੇ ਜਿਸ ਵਾਕ ਦਾ ਕੋਈ ਨਾ ਕੋਈ ਅਸੀਂ ਅਰਥ ਬਿਲਕੁਲ ਕੱਢਦੇ ਆ ਕਿ ਉਹ ਕੋਈ ਕਿਸੇ ਨਾ ਕਿਸੇ ਅਰਥ ਨੂੰ ਪ੍ਰਗਟਾ ਰਿਹਾ ਜੀ। ਤੇ ਜਿਹੜੀ ਖੂਬਸੂਰਤੀ ਇਹ ਹੈ ਇਸ ਸ਼ੇਰ ਦੀ ਕਿ ਕਵੀ ਕਹਿੰਦਾ ਕਿ ਜਿਹੜਾ ਕੋਈ ਲਫ਼ਜ਼ ਲਫ਼ਜ਼ਾਂ ਦੇ ਸਾਕ ਵਿੱਚ ਵੀ, ਮੈਂ ਉੱਥੇ ਜਿਹੜੇ ਲਫ਼ਜ਼ਾਂ ਦੇ ਸਾਕ ਦੇ ਵਿੱਚ ਜਿਹੜਾ ਲਫ਼ਜ਼ ਪਿਆ ਨਾ, ਉਹ ਘੁਟਨ ਮਹਿਸੂਸ ਕਰ ਰਿਹਾ ਜੀ। ਮਤਲਬ ਉੱਥੇ ਉਹ ਰਹਿਣਾ ਨਹੀਂ ਚਾਹੁੰਦਾ, ਉਸ ਸਾਕ ਦੇ ਵਿੱਚ, ਉਸ ਰਿਲੇਸ਼ਨ 'ਚ ਉਹਨੂੰ ਰਹਿਣਾ ਮਨਜ਼ੂਰ ਨਹੀਂ ਆ। ਤੇ ਫਿਰ ਉਹ ਕਹਿੰਦਾ ਕਿ ਜਦੋਂ ਮੈਂ ਆਪਦੇ ਲਫ਼ਜ਼ ਦੀ ਇੱਦਾਂ ਦੀ ਦੁਰਗਤੀ ਦੇਖਦਾ, ਉਹਦੀ ਹਾਲਤ ਦੇਖਦਾ, ਤੇ ਫਿਰ ਮੈਂ ਲਿਖਣਾ ਹੀ ਨਹੀਂ ਚਾਹੁੰਦਾ ਵੀ ਯਾਰ ਮੈਂ ਕੋਈ ਸ਼ਬਦ ਪੜ੍ਹਾਂ। ਸ਼ੇਰ ਸੁਣਾਉਣਾ। ਕੋਈ ਲਫ਼ਜ਼ਾਂ ਦੇ ਸਾਕ ਵਿੱਚ ਨਾ ਘੁਟਨ ਸਹੇ ਕਿਸੇ ਵਾਕ ਵਿੱਚ, ਕੁਝ ਬੋਲਦਾ ਮੈਂ ਝਿਜਕਦਾ, ਕੁਝ ਲਿਖ ਦਿਆਂ ਮੇਰਾ ਮਨ ਡਰੇ। ਇੱਕ ਹੋਰ ਸ਼ੇਰ ਹੈ ਕਿ ਕੋਈ ਸਾਖ ਕੋਈ ਰਿਸ਼ਤਾ ਕਦ ਹੈ ਹਮੇਸ਼ ਤੱਕ, ਵੀ ਕੋਈ ਵੀ ਰਿਲੇਸ਼ਨ ਜਿਹੜਾ ਹੈ ਇਸ ਦੁਨੀਆ ਤੇ ਵੀ ਉਹ ਹਮੇਸ਼ਾ ਲਈ ਨਹੀਂ ਹੈਗਾ। ਮਤਲਬ ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ ਤਾਂ ਵਿਛੜਨ ਦੀ ਜਿਹੜੀ ਸ਼ਰਤ ਆ ਉਹ ਨਾਲ ਲੈ ਕੇ ਮਿਲਦੇ ਆ। ਔਰ ਉਹ ਕਹਿੰਦਾ ਵੀ ਜਿਹੜਾ ਉਹ ਜਿਹੜਾ ਸਾਖ ਹੈਗਾ ਉਹ ਹਮੇਸ਼ਾ ਨਹੀਂ ਹੈ, ਇੱਕ ਟੈਂਪਰੇਚਰ ਤੱਕ ਆ। ਜਿਵੇਂ ਦੁਨੀਆ ਤੇ ਕੋਈ ਵੀ ਜਿਹੜੇ ਤੁਸੀਂ ਐਲੀਮੈਂਟ ਲੱਭਿਆ ਉਹਦਾ ਇੱਕ ਟੈਂਪਰੇਚਰ ਆ ਕਿ ਉਹਨੇ ਉਸ ਟੈਂਪਰੇਚਰ ਦੇ ਉਹਦੇ ਜਿਹੜੇ ਉਹ ਟੁੱਟ ਜਾਣਾ ਉਹਦੇ ਮਾਲਿਕੂਸ ਦੇ ਅੰਦਰੋਂ ਨਾ। ਸੋ ਉਹ ਇੱਕ ਸ਼ੇਰ ਬੜਾ ਅੱਛਾ ਸੀਗਾ ਨਾ, ਸੁਣਾਉਣਾ। ਕੋਈ ਸਾਕ ਕਦ ਹੈ ਹਮੇਸ਼ ਤੱਕ, ਇੱਕ ਤਾਪਮਾਨ ਵਿਸ਼ੇਸ਼ ਤੱਕ, ਜੁੜੇ ਰਹਿਣ ਤੱਤਾਂ ਦੇ ਨਾਲ ਤੱਤ, ਫਿਰ ਟੁੱਟ ਕੇ ਹੋ ਜਾਣੂ ਰੇ ਪਰੇ। ਮੈਂ ਸੁਣਾ ਜੇ ਰਾਤ ਖਾਮੋਸ਼ ਨੂੰ, ਮੇਰੇ ਦਿਲ 'ਚ ਕੋਈ ਦੁਆ ਕਰੇ, ਮੇਰੇ ਦਿਲ 'ਚ ਕੋਈ ਦੁਆ ਕਰੇ। ਇੱਕ ਅਲੱਗ ਬਹੁਤ ਵਧੀਆ ਜੀ, ਸ਼ੁਕਰੀਆ।
ਤੇ ਜੀਐਸ ਪੀਟਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਟਾਰ ਪੰਜਾਬੀ ਤੁਹਾਡਾ ਵੀ ਸ਼ੁਕਰੀਆ, ਥੈਂਕ ਯੂ। ਟਾਈਮ ਕੱਢਿਆ ਆਪਦਾ ਕੀਮਤੀ, ਥੈਂਕ ਬਹੁਤ ਯੂ। ਬਹੁਤ ਧੰਨਵਾਦ ਜੀ। ਸਾਰੇ ਜਿੰਨੇ ਦਰਸ਼ਕ ਦੇਖ ਰਹੇ ਨੇ ਉਹਨਾਂ ਦਾ ਵੀ ਥੈਂਕ ਯੂ, ਕਿਉਂਕਿ ਤੁਹਾਡੇ ਨਾਲ ਬਹੁਤ ਖੁੱਲ ਕੇ ਗੱਲ ਹੋ ਗਈ ਹੈ। ਬਿਲਕੁਲ ਬਿਲਕੁਲ, ਬਹੁਤ ਵਧੀਆ ਹੋਈ। ਥੈਂਕ ਯੂ ਵੈਰੀ ਮੱਚ, ਥੈਂਕ ਯੂ। ਤੇ ਇਹ ਸਨ ਜੀਐਸ ਪੀਟਰ ਜੀ, ਜਿਨ੍ਹਾਂ ਦੇ ਆਪਾਂ ਬਹੁਤ ਢੇਰ ਸਾਰੀਆਂ ਗੱਲਾਂ ਕੀਤੀਆਂ, ਸਵਾਲ ਜਵਾਬ ਕੀਤੇ ਆ, ਜਿਨ੍ਹਾਂ ਨੂੰ ਤੁਸੀਂ ਸੁਣਿਆ। ਤੇ ਇਸੇ ਤਰ੍ਹਾਂ ਹੀ ਆਪਾਂ ਹੋਰ ਗਾਇਕਾਂ ਨਾਲ ਵੀ ਇਸੇ ਤਰ੍ਹਾਂ ਤੁਹਾਨੂੰ ਮਿਲਾਉਂਦੇ ਰਵਾਂਗੇ। ਹੁਣ ਤੁਸੀਂ ਆਪਣੇ ਜਸਵੀਰ ਨਸੇਰੇ ਵਾਲਿਆਂ ਨੂੰ ਦਿਓ ਆਗਿਆ, ਮਿਲਦੇ ਹਾਂ ਜੀ ਫਿਰ ਹੋਰ ਕਿਸੇ ਨਵਾਂ ਕਲਾਕਾਰ ਗਾਇਕ ਨਾਲ। ਧੰਨਵਾਦ ਜੀ।